ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ। ਮੈਂ ਮਨਪ੍ਰੀਤ ਰੰਧਾਵਾ। ਭਾਰਤ ਵਿਸ਼ਵ ਗੁਰੂ ਬਣਦਾ ਕਿਤੇ ਨਾ ਕਿਤੇ ਇਕੱਲਾ ਰਹਿ ਗਿਆ, ਅਲੱਗ ਥਲੱਗ ਪੈ ਗਿਆ ਪੂਰੀ ਦੁਨੀਆ ਦੇ ਵਿੱਚ। ਖਾਸ ਤੌਰ ਤੇ ਜਦੋਂ ਤੋਂ ਕੈਨੇਡਾ ਦੇ ਨਾਲ ਉਹਦੇ ਸਬੰਧ ਵਿਗੜੇ ਨੇ, ਜਦੋਂ ਅਮਰੀਕਾ ਇਹਨਾਂ ਨੂੰ तमाम ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਭਾਰਤ ਤੇ, ਔਰ ਕਹਿ ਰਿਹਾ ਕਿ ਤੁਹਾਡੇ ਬੰਦਿਆਂ ਨੇ ਇੱਥੇ ਸਾਡੇ ਨਾਗਰਿਕ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਕਈ ਵਾਰੀ ਇੱਦਾਂ ਲੱਗਦਾ ਕਿ ਭਾਰਤ ਤਾਂ ਕਹਿੰਦਾ ਸੀ ਕਿ ਅਸੀਂ ਸਾਰਿਆਂ ਨਾਲ ਸੰਬੰਧ ਵਧੀਆ ਬਣਾਉਣੇ ਆ, ਔਰ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਮਰਥਕ ਸਪੋਰਟਰਸ ਲਗਾਤਾਰ ਇਹ ਕਹਿੰਦੇ ਥੱਕਦੇ ਨਹੀਂ ਸੀ, ਦੇਖੋ ਜੀ ਅਸੀਂ ਪੂਰੀ ਦੁਨੀਆ ਨੂੰ ਸੇਧ ਦੇਵਾਂਗੇ। ਪੂਰੀ ਦੁਨੀਆ ਨਰਿੰਦਰ ਮੋਦੀ ਨੂੰ ਫੋਲੋ ਕਰਦੀ ਆ ਕਿਉਂਕਿ ਇਹ ਵਿਸ਼ਵ ਗੁਰੂ ਬਣ ਚੁੱਕੇ ਆ। ਪਰ ਕੀ ਵਾਕਿਆ ਅਸੀਂ ਵਿਸ਼ਵ ਗੁਰੂ ਬਣ ਗਏ ਜਾਂ ਸਾਡੇ ਸੰਬੰਧ ਲਗਾਤਾਰ ਮੁਲਕਾਂ ਦੇ ਨਾਲ ਵਿਗੜਦੇ ਜਾ ਰਹੇ ਆ? ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਜਿਸ ਤਰ੍ਹਾਂ ਹੀ ਕੈਨੇਡਾ ਨੇ ਚਾਰਜਿਸ ਲਾਏ ਸੀ, ਇਹ ਪਿਛਲੇ ਸਾਲ ਦੇ ਲੱਗੇ ਸੀ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਭਾਰਤ ਦੇ ਲੋਕ, ਭਾਰਤ ਦੇ ਅਫਸਰ, ਭਾਰਤ ਦੀਆਂ ਖੂਫੀਆ ਏਜੰਸੀਜ਼, ਇੱਥੋਂ ਤੱਕ ਕਿ ਹੁਣ ਭਾਰਤ ਦੇ ਜਿਹੜੇ ਡਿਪਲੋਮੈਟਸ ਨੇ ਜਿਹੜੇ ਉੱਥੇ ਬਤੌਰ ਸਪਾਈਂਗ ਕਰਦੇ ਸੀ, ਬਤੌਰ ਉੱਥੇ ਸਪਾਈਸ ਵਾਂਗੂ ਕੰਮ ਕਰਦੇ ਸੀ, ਜਿਸ ਤਰ੍ਹਾਂ ਕਿ ਜਸੂਸ ਕੰਮ ਕਰਦੇ ਆ, ਇਹ ਤਾਂ ਬੜੇ ਸੀਰੀਅਸ ਚਾਰਜਿਸ ਆ। ਔਰ ਇਹਨਾਂ ਨੂੰ ਐਂਡੋਰਸ ਕੀਤਾ ਜਾ ਰਿਹਾ। ਨਾ ਕੇਵਲ ਕੈਨੇਡਾ ਦਾ ਚਲੋ ਚਾਰਜਿਸ ਲਾ ਰਿਹਾ ਜਿਨ੍ਹਾਂ ਨੂੰ ਅਸੀਂ ਲਗਾਤਾਰ ਖਾਰਿਜ ਕਰ ਰਹੇ ਹਾਂ, ਭਾਰਤ ਸਰਕਾਰ ਕਹਿ ਰਹੀ ਹੈ ਕਿ ਇਸ ਤਾਂ ਖਾਰਿਜ ਕਰਦੇ ਆ, ਪਰ ਅਮਰੀਕਾ ਕਹਿ ਰਿਹਾ ਕਿ ਇਹਨਾਂ ਤੇ ਵਿਚਾਰ ਕਰੋ, ਸਹਿਯੋਗ ਕਰੋ। ਭਾਰਤ ਅਮਰੀਕਾ ਨਾਲ ਤਾਂ ਸਹਿਯੋਗ ਕਰਨ ਲਈ ਤਿਆਰ ਆ, ਉੱਥੇ ਤਾਂ ਆਪਣੀ ਟੀਮ ਵੀ ਭੇਜਤੀ। ਉੱਥੇ ਜਾ ਕੇ ਇਹ ਵੀ ਕਹਿਤਾ ਕਿ ਅਸੀਂ ਵਿਕਾਸ ਜਾਧਵ, ਜਿਹਨੂੰ ਤੁਸੀਂ ਕਹਿ ਰਹੇ ਸੀ ਕਿ ਗੁਰਪਤਵੰਤ ਸਿੰਘ ਪੰਨੂ ਦੀ ਕਿਲਿੰਗ ਦੇ ਵਿੱਚ ਸ਼ਾਮਿਲ ਆ ਜਾਂ ਤੁਹਾਡੇ ਦੋਸ਼ ਆ, ਅਸੀਂ ਤਾਂ ਜੀ ਉਹਨੂੰ ਗ੍ਰਿਫਤਾਰ ਵੀ ਕਰ ਲਿਆ। ਉੱਥੇ ਤਾਂ ਤੁਸੀਂ ਇਹ ਕਹਿ ਰਹੇ ਹੋ, ਪਰ ਦੂਸਰੇ ਪਾਸੇ ਜਿਸ ਸੰਜੀਦਗੀ ਦੇ ਨਾਲ, ਜਿਸ ਸੀਰੀਅਸਨੈਸ ਦੇ ਨਾਲ ਤੁਹਾਨੂੰ ਯਾਨੀ ਕਿ ਭਾਰਤ ਨੂੰ ਜਵਾਬ ਦੇਣੇ ਚਾਹੀਦੇ ਸੀ, ਇੱਕ ਇੱਕ ਗੱਲ ਦਾ ਜਵਾਬ ਕਿ ਅਸੀਂ ਇਹ ਕਿਲਿੰਗ ਨਹੀਂ ਕੀਤੀ। ਅਸੀਂ ਮੰਨ ਕੇ ਚੱਲਦੇ ਹਾਂ ਕਿ ਤੁਹਾਡਾ ਇਸ ਮਰਡਰ ਦੇ ਵਿੱਚ, ਕਤਲ ਦੇ ਵਿੱਚ ਜਾਂ ਕਤਲ ਦੀ ਸਾਜ਼ਿਸ਼ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੋਲ ਨਹੀਂ ਆ, ਪਰ ਤੁਸੀਂ ਸਿਰੇ ਤੋਂ ਜਦੋਂ ਖਾਰਿਜ ਕਰ ਦਿੰਦੇ ਹੋ ਚੀਜ਼ਾਂ, ਤੇ ਫਿਰ ਕਿਤੇ ਨਾ ਕਿਤੇ ਇਹ ਸ਼ੱਕ ਸ਼ੁਬੇ ਪੈਂਦੇ ਨੇ। ਤੁਸੀਂ ਦੇਖੋ ਕਦੇ ਕੋਈ ਮੁਲਕ ਮੰਨਦਾ? ਅੱਜ ਤੱਕ ਕਿਸੇ ਮੁਲਕ ਨੇ ਨਹੀਂ ਇਹ ਗੱਲ ਮੰਨੀ, ਜੇ ਵਾਕਿਆ ਸਾਰੇ ਸਬੂਤ ਵੀ ਹੋ ਜਾਣ ਕਿ ਜੀ ਅਸੀਂ ਕਤਲ ਕੀਤਾ ਜਾਂ ਅਸੀਂ ਇਹ ਸਾਰੀ ਅਸੈਸੀਨੇਸ਼ਨ ਦੀ ਪਲਾਟਿੰਗ ਕੀਤੀ ਹੈ, ਅਸੀਂ ਸਾਜ਼ਿਸ਼ ਕੀਤੀ ਆ। ਇਸੇ ਕਰਕੇ ਕਈ ਵਾਰੀ ਇਹ ਸ਼ੱਕ ਪੈਦਾ ਹੁੰਦਾ ਕਿ ਇਹ ਜਿਹੜੇ ਬਿਊਰੋਕਰੇਟ ਸਾਹਿਬ ਬਾਬੂਜ਼ ਆ, ਉਹ ਵਧੀਆ IAS ਅਫਸਰ ਤਾਂ ਬਣ ਸਕਦੇ ਨੇ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ, UPSC ਦੇ ਪਰਚੇ ਕਲੀਅਰ ਕਰ ਸਕਦੇ ਨੇ, ਉੱਥੇ ਇੰਟਰਵਿਊਜ਼ ਕਲੀਅਰ ਕਰ ਸਕਦੇ ਨੇ, ਪਰ ਜਦੋਂ ਉਹਨਾਂ ਨੂੰ ਇੱਕ ਬੜੇ ਅਹਿਮ ਰੋਲ ਦਿੱਤੇ ਜਾਂਦੇ ਨੇ, ਉੱਥੇ ਕਿਤੇ ਨਾ ਕਿਤੇ ਇਹ ਜਾ ਕੇ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ। ਮੈਂ ਗੱਲ ਸੁਬਰਾਮਨੀਅਮ ਜੈ ਸ਼ੰਕਰ ਦੀ ਕਰ ਰਿਹਾ। S ਜੈ ਸ਼ੰਕਰ ਇਹ ਅੱਜ ਕੱਲ੍ਹ ਭਾਰਤ ਦੇ ਵਿਦੇਸ਼ ਮੰਤਰੀ ਆ, ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਪੁਰਾਣੇ ਬਾਬੂ ਰਹਿ ਚੁੱਕੇ ਆ, ਇਹ IAS ਅਫਸਰ ਰਹਿ ਚੁੱਕੇ ਆ, ਬਲਕਿ ਇੰਡੀਅਨ ਫੋਰਨ ਸਰਵਿਸਿਜ਼ ਦੇ ਵਿੱਚ ਸੀ। ਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਬਾਬੂ ਦਾ ਮੈਂ ਨਾਂ ਦੱਸੂਗਾ, ਉਹ ਅੱਜ ਕੱਲ੍ਹ ਭਾਰਤ ਦੇ ਰੇਲਵੇ ਮਿਨਿਸਟਰ ਆ, ਨਾਮ ਆ ਉਹਨਾਂ ਦਾ ਅਸ਼ਵਨੀ ਵੈਸ਼ਨਵ। ਇਹ ਵੀ ਕਿਸੇ ਵਕਤ IAS ਅਫਸਰ ਸੀ, ਪਰ ਅੱਜ ਕੱਲ੍ਹ ਇਹ ਦੋਨੇ ਮਹਿਕਮੇ, ਇਹ ਦੋਨੇ ਮੰਤਰੀ ਚਲਾ ਰਹੇ ਆ ਔਰ ਸਾਬਕਾ ਬਿਊਰੋਕਰੇਟ ਰਹੇ ਆ, ਪਰ ਦੋਨੇ ਮਹਿਕਮੇ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਫੇਲ ਨਜ਼ਰ ਆ ਰਹੇ ਆ। ਲਗਾਤਾਰ ਟ੍ਰੇਨ ਦੇ ਐਕਸੀਡੈਂਟਸ ਹੋਣੇ ਜਾਂ ਲਗਾਤਾਰ ਜਿਹੜੀਆਂ ਟ੍ਰੇਨਸ ਆ ਉਹ ਪਟੜੀਆਂ ਤੋਂ ਉਤਰ ਜਾਣੀਆਂ, ਇਹ ਸਾਰਾ ਕੁਝ ਕੀ ਦਿਖਾ ਰਿਹਾ? ਕੀ ਉਹ ਆਪਣਾ ਹੈਂਡਲ ਕਰ ਪਾ ਰਹੇ ਆ ਸਾਰੇ ਦੇ ਸਾਰੇ ਦੋਨੇ ਜਣੇ ਇਹ ਮਹਿਕਮੇ? ਥੋੜ੍ਹਾ ਜਿਹਾ ਨਜ਼ਰ ਮਾਰਦੇ ਆ, ਫਿਰ ਹਾਈ ਕਮਿਸ਼ਨ 'ਤੇ ਚੱਲਾਂਗੇ, ਫਿਰ ਕੈਨੇਡਾ 'ਤੇ ਚੱਲਾਂਗੇ, ਅਮਰੀਕਾ 'ਤੇ ਚੱਲਾਂਗੇ। ਅਤੇ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਇਕੱਲਾ ਕੈਨੇਡਾ ਅਤੇ ਅਮਰੀਕਾ ਦਾ ਕੇਸ ਨਹੀਂ ਹੈ ਪਹਿਲਾ, ਕਿ ਜਿੱਥੇ ਭਾਰਤ ਉੱਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਜਸੂਸੀ ਕੀਤੀ ਹੈ, ਇਹਨਾਂ ਦੇ ਜਿਹੜੇ ਹਾਈ ਮਿਸ਼ਨਸ ਨੇ ਉੱਥੇ ਜਾਂ ਇਹਨਾਂ ਦੀ ਜਿਹੜੀ ਐਮਬੈਸੀਜ਼ ਦੇ ਵਿੱਚ ਉੱਥੇ ਅਫਸਰ ਤੈਨਾਤ ਨੇ, ਇਹਨਾਂ ਨੇ ਜਸੂਸੀ ਕੀਤੀ ਹੈ। ਬਲਕਿ ਕਈ ਹੋਰ ਮੁਲਕਾਂ ਨੇ ਵੀ ਭਾਰਤ ਦੇ ਡਿਪਲੋਮੈਟਸ ਨੂੰ ਉੱਥੋਂ ਬਰਖਾਸਤ ਕੀਤਾ, ਚਾਹੇ ਉਹ ਚੁੱਪ ਚਪੀਤੇ ਕਰਤਾ ਕਿਉਂਕਿ ਉਹਨਾਂ ਦਾ ਰੌਲਾ ਨਹੀਂ ਪਿਆ। ਉਹ ਵੀ ਅੱਜ ਮੈਂ ਤੁਹਾਨੂੰ ਦੱਸੂਗਾ। ਪਰ ਮੈਂ ਗੱਲ ਕਰਨਾ ਚਾਹੁੰਦਾ ਪਹਿਲਾਂ S ਜੈ ਸ਼ੰਕਰ ਜਾਂ ਸੁਬਰਾਮਨੀਅਮ ਜੈ ਸ਼ੰਕਰ ਦੀ। ਸੰਨ 1977 ਦੇ ਵਿੱਚ ਇਹਨਾਂ ਨੇ ਇੰਡੀਅਨ ਫੋਰਨ ਸਰਵਿਸਿਜ਼ ਜੁਆਇਨ ਕਰ ਲਈ, ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਬੜੇ ਪੜ੍ਹੇ ਲਿਖੇ ਨੇ। JNU ਯਾਨੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਇਹਨਾਂ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਉਹ ਵੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ। ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ PhD ਕਰਨ ਤੋਂ ਬਾਅਦ ਖੈਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਫੋਰਨ ਸਰਵਿਸਿਜ਼ ਦੇ ਵਿੱਚ ਆ ਗਏ। ਤੁਸੀਂ ਦੇਖੋ ਸਾਰੇ ਮੁਲਕਾਂ ਦੇ ਵਿੱਚ, ਚਾਹੇ ਉਹ ਸਿੰਗਾਪੁਰ ਸੀ, ਚਾਹੇ ਉਹ ਚੈੱਕ ਰਿਪਬਲਿਕ ਸੀ, ਚਾਹੇ ਉਹ ਚੀਨ ਸੀ, ਚਾਹੇ ਉਹ ਅਮਰੀਕਾ ਸੀ, ਉੱਥੇ ਇਹ ਬਤੌਰ ਹਾਈ ਕਮਿਸ਼ਨਰ ਵੀ ਰਹੇ ਆ। ਉਹਨਾਂ ਸਾਰੀਆਂ ਐਮਬੈਸੀਜ਼ ਦੇ ਵਿੱਚ, ਮਿਸ਼ਨਸ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਪਰ ਜਦੋਂ ਤੋਂ ਇਹ ਵਿਦੇਸ਼ ਦੇ ਮੰਤਰੀ ਆ, ਤੁਸੀਂ ਦੇਖੋ
ਚਾਹੇ ਸਾਊਥ ਏਸ਼ੀਅਨ ਰੀਜਨ ਲਾ ਲਓ, ਸਾਡਾ ਆਪਣੇ ਜਿਹੜੇ ਗੁਆਂਢੀ ਮੁਲਕਾਂ ਦੇ ਨਾਲ ਰਿਸ਼ਤੇ ਆ ਉਹ ਲਗਾਤਾਰ ਵਿਗੜ ਰਹੇ ਨੇ, ਖਰਾਬ ਹੋ ਰਹੇ ਨੇ, ਬਲਕਿ ਚੰਗੇ ਨਹੀਂ ਆ। ਪਾਕਿਸਤਾਨ ਦੀ ਗੱਲ ਛੱਡੋ ਕਿ ਪਾਕਿਸਤਾਨ ਨਾਲ ਤਾਂ ਸਾਡੇ ਕਦੇ ਵੀ ਸਬੰਧ ਚੰਗੇ ਨਹੀਂ ਰਹੇ, ਤੇ ਇਸ ਸਰਕਾਰ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ ਤਾਂ ਕਦੇ ਪਾਕਿਸਤਾਨ ਦੇ ਨਾਲ ਸਬੰਧ ਚੰਗੇ ਬਣਾਉਣ ਦੀ ਗੱਲ ਹੀ ਨਹੀਂ ਕੀਤੀ। ਹਾਂ, ਸ਼ੁਰੂਆਤੀ ਦੌਰ ਦੇ ਵਿੱਚ ਮੈਨੂੰ ਅੱਜ ਵੀ ਉਹ ਆਲਮ ਯਾਦ ਆ ਜਦੋਂ ਨਵਾਜ਼ ਸ਼ਰੀਫ ਉੱਥੋਂ ਦੇ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਦਾ ਜਨਮ ਦਿਨ ਸੀ, ਤੇ ਸੰਨ 2015 ਦੇ ਵਿੱਚ ਅਚਾਨਕ ਨਰਿੰਦਰ ਮੋਦੀ ਪਾਕਿਸਤਾਨ ਪਹੁੰਚ ਜਾਂਦੇ ਨੇ ਉਹਨਾਂ ਦਾ ਉੱਥੇ ਜਨਮ ਦਿਨ ਮਨਾਉਣ। ਬਾਅਦ ਦੇ ਵਿੱਚ ਪਤਾ ਨਹੀਂ ਕੀ ਹੋਇਆ, ਜਨਮ ਦਿਨ ਦੇ ਵਿੱਚ ਜਾ ਕੇ ਉੱਥੇ ਕੇਕ ਕੱਟਿਆ ਜਾਂਦਾ, ਉਹਦੇ ਵਿੱਚ ਸ਼ਾਮਿਲ ਵੀ ਹੁੰਦੇ ਆ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੋਵੇ ਕਿ ਪਾਕਿਸਤਾਨ ਦੇ ਨਾਲ ਸਾਨੂੰ ਚੰਗੇ ਸੰਬੰਧ ਬਣਾਉਣੇ ਚਾਹੀਦੇ ਆ, ਤੇ ਸ਼ਾਇਦ ਉਸ ਤੋਂ ਬਾਅਦ ਇੰਨਾ ਪ੍ਰੈਸ਼ਰ ਪਿਆ ਹੋਵੇ, ਦਬਾਅ ਪਿਆ ਹੋਵੇ ਨਰਿੰਦਰ ਮੋਦੀ ਤੇ, ਜਾਂ ਉਹਨਾਂ ਨੂੰ ਲੱਗਿਆ ਹੋਵੇ ਕਿ ਜੇ ਪਾਕਿਸਤਾਨ ਦੇ ਨਾਲ ਚੰਗੇ ਸੰਬੰਧ ਬਣਾ ਲਏ ਤੇ ਹੋ ਸਕਦਾ ਜਿਹੜੀ ਮੇਰੀ ਘਰੇਲੂ ਰਾਜਨੀਤੀ ਹੈ, ਡੋਮੈਸਟਿਕ ਪੋਲਿਟਿਕਸ, ਉਹ ਕਿਤੇ ਨਾ ਕਿਤੇ ਗੜਬੜਾ ਜਾਊਗੀ, ਜਾਂ ਉੱਥੇ ਮੈਨੂੰ ਹੋ ਸਕਦਾ ਉਸ ਤਰ੍ਹਾਂ ਦਾ ਸਮਰਥਨ ਨਾ ਮਿਲੇ ਜਿਸ ਤਰ੍ਹਾਂ ਦੇ ਸਮਰਥਨ ਦੀ ਉਹਨਾਂ ਨੂੰ ਉਮੀਦ ਆ ਜਾਂ ਇਸ ਤਰ੍ਹਾਂ ਦੀ ਆਸ਼ਾ ਸੀ। ਲੇਕਿਨ ਤੁਸੀਂ ਬਾਕੀਆਂ ਨਾਲ ਵੀ ਦੇਖ ਲਓ, ਅੱਜ ਕੱਲ੍ਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਚਾਹੇ ਮਾਲਦੀਵਸ ਵਰਗੇ ਛੋਟੇ ਛੋਟੇ ਮੁਲਕਾਂ, ਭੂਟਾਨ ਆ, ਸ਼੍ਰੀਲੰਕਾ, ਬੰਗਲਾਦੇਸ਼, ਇਹਨਾਂ ਸਾਰੇ ਨਾਲ, ਇੱਥੋਂ ਤੱਕ ਕਿ ਜਿਹੜਾ ਨੇਪਾਲ ਆ, ਇਹ ਹਮੇਸ਼ਾ ਗੱਲਾਂ ਕਰਦੀ ਆ ਭਾਰਤੀ ਜਨਤਾ ਪਾਰਟੀ ਅਸੀਂ ਹਿੰਦੂ ਰਾਸ਼ਟਰ ਬਣਾ ਦਾਂਗੇ, ਜਾਂ RSS ਇਹਨਾਂ ਦੀ ਜਿਹੜੀ ਜਨਨੀ ਆ ਉਹ ਕਹਿੰਦੀ ਅਸੀਂ ਹਿੰਦੂ ਰਾਸ਼ਟਰ ਬਣਾ ਦਾਂਗੇ, ਤੇ ਨੇਪਾਲ ਤਾਂ ਹਿੰਦੂ ਰਾਸ਼ਟਰ ਆ, ਉੱਥੇ ਤਾਂ ਇਹ ਡਿਕਲੇਅਰਡ ਆ। ਇਸ ਦੇ ਬਾਵਜੂਦ ਵੀ ਭਾਰਤ ਦੇ ਰਿਲੇਸ਼ਨਸ ਇਸ ਮੁਲਕ ਦੇ ਨਾਲ, ਬੜੇ ਛੋਟੇ ਜਿਹੇ ਮੁਲਕ ਜਿਹੜਾ ਕਿ ਪੂਰੀ ਤਰ੍ਹਾਂ ਨਿਰਭਰ ਕਰਦਾ ਭਾਰਤ ਤੇ, ਉਹਦੇ ਨਾਲ ਵੀ ਚੰਗੇ ਨਹੀਂ ਬਣ ਸਕੇ। ਤੇ ਗੱਲ ਜਦੋਂ ਆਉਂਦੀ ਹੈ ਡਿਵੈਲਪਡ ਮੁਲਕਾਂ ਦੀ, ਉੱਥੇ ਤਾਂ ਬਿਲਕੁਲ ਹੀ ਖਰਾਬ ਹੋ ਗਏ। ਅੱਗੇ ਚੱਲਦੇ ਆ, ਮੈਂ ਥੋੜਾ ਜਿਹਾ ਅਸ਼ਵਨੀ ਵੈਸ਼ਨਵ ਬਾਰੇ ਵੀ ਦੱਸਦਾ। ਜਦੋਂ ਅਸੀਂ ਬਿਊਰੋਕਰੇਟਸ ਦੀ ਗੱਲ ਕਰਦੇ ਆ, ਕਿਉਂਕਿ ਦੇਖੋ ਇਹ ਇੱਕ ਵਾਰੀ ਇਮਤਿਹਾਨ ਪਾਸ ਕਰਦੇ ਆ, ਬਾਅਦ ਦੇ ਵਿੱਚ ਇਹਨਾਂ ਨੇ ਕੋਈ ਇਮਤਿਹਾਨ ਦੇਣਾ ਨਹੀਂ ਹੁੰਦਾ, ਇਮਤਿਹਾਨ ਇਹਨਾਂ ਦੀ ਨੌਕਰੀ ਹੁੰਦੀ ਹੈ ਜੋ ਇਹਨਾਂ ਨੇ ਸੇਵਾ ਕਰਨੀ ਹੁੰਦੀ ਹੈ। ਅਸ਼ਵਨੀ ਵੈਸ਼ਨਵ 1994 ਦੇ ਵਿੱਚ ਇਹਨਾਂ ਨੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼, ਜਿਹਨੂੰ ਅਸੀਂ IAS ਕਹਿੰਦੇ ਆ, ਉਹ ਜੁਆਇਨ ਕਰਦੇ ਨੇ, ਔਰ ਇਹ ਵੀ ਬੜੇ ਪੜ੍ਹੇ ਲਿਖੇ ਨੇ। ਸੰਨ 2008 ਦੇ ਵਿੱਚ ਇਹ MBA ਕਰਕੇ ਆਏ ਸੀ ਅਮਰੀਕਾ ਤੋਂ, ਪੈਨਸਿਲਵੇਨੀਆ ਤੋਂ, ਔਰ ਉਸ ਤੋਂ ਇਲਾਵਾ ਇਹਨਾਂ ਨੇ ਇਲੈਕਟ੍ਰਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਵੀ ਡਿਗਰੀਆਂ ਕੀਤੀਆਂ ਹੋਈਆਂ ਨੇ, ਮਾਸਟਰਸ ਕੀਤੀ ਹੋਈ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੜੇ ਪੜ੍ਹੇ ਲਿਖੇ ਆ, ਪਰ ਜਦੋਂ ਤੋਂ ਇਹਨਾਂ ਨੇ ਰੇਲਵੇ ਦਾ ਵਿਭਾਗ ਸਾਂਭਿਆ, ਇਹਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਪਰ ਸਾਡਾ ਕਿਉਂਕਿ ਵਿਸ਼ਾ ਹੋਰ ਆ, ਆਪਾਂ ਉਸ ਵਿਸ਼ੇ ਵੱਲ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਤਾ ਲੱਗਾ ਭਾਰਤ ਨੂੰ ਕਿ ਸਾਡੇ ਉੱਥੋਂ ਡਿਪਲੋਮੈਟਸ ਕੈਨੇਡਾ ਤੋਂ 6 ਕੱਢ ਦਿੱਤੇ ਗਏ ਨੇ, ਔਰ ਉਹਦੇ ਵਿੱਚ ਇਸ ਜਿਹੜੇ ਹਾਈ ਕਮਿਸ਼ਨਰ ਸੀ ਭਾਰਤ ਦੇ, ਸੰਜੇ ਕੁਮਾਰ ਵਰਮਾ, ਉਹਨਾਂ ਨੂੰ ਕੱਢਤਾ, ਉਹਨਾਂ ਦੇ ਨਾਲ 5 ਹੋਰ ਕੱਢਤੇ। ਇਹ ਆਟਵਾ ਦੇ ਵਿੱਚ ਉੱਥੇ ਸਥਿਤ ਸੀ। ਇਹਨਾਂ ਤੇ ਇਲਜ਼ਾਮ ਲੱਗੇ ਸੰਜੇ ਕੁਮਾਰ ਵਰਮਾ ਤੇ ਸਿੱਧੇ ਸਿੱਧੇ ਕਿ ਦੇਖੋ ਜੀ, ਇਹ ਜਿਹੜੇ ਸਾਰੇ ਲੋਕ ਸੀ ਇਹ ਸਪਾਈਂਗ ਕਰਦੇ ਸੀ, ਜਸੂਸੀ ਕਰਦੇ ਸੀ, ਔਰ ਉੱਥੋਂ ਦਾ ਜਿਹੜਾ ਡਾਇਸਪੋਰਾ, ਉੱਥੇ ਭਾਰਤ ਦੇ ਜਿਹੜੇ ਨਾਗਰਿਕ ਰਹਿੰਦੇ ਨੇ, ਜਿਨ੍ਹਾਂ ਨੇ ਉੱਥੋਂ ਦੀ ਨਾਗਰਿਕਤਾ ਲੈ ਰੱਖੀ ਆ, ਉਹਨਾਂ ਦੀ ਇਹ ਸਪਾਈਂਗ ਕਰਦੇ ਸੀ। ਤੇ ਇਹ ਸਾਰੀ ਦੀ ਸਾਰੀ ਜਸੂਸੀ ਜਿਹੜਾ ਆਪਸ ਦੇ ਵਿੱਚ ਸ਼ੇਅਰ ਕਰਦੇ ਸੀ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਜ਼ ਨਾਲ, ਭਾਰਤ ਦੀਆਂ ਖੂਫੀਆ ਏਜੰਸੀਜ਼ ਨਾਲ। ਇਹ ਸਾਰੇ ਇਹਨਾਂ ਤੇ ਚਾਰਜਿਸ ਆ। ਔਰ ਤੁਹਾਨੂੰ ਮੈਂ ਅੱਜ ਇਹ ਵੀ ਦੱਸਦਾ ਕਿ ਇਹ ਜੋ ਭਾਰਤ ਕਹਿ ਰਿਹਾ ਕਿ ਦੇਖੋ ਜੀ ਅਸੀਂ ਤਾਂ ਵਾਪਸ ਬੁਲਾ ਲਏ, ਵਾਪਸ ਇਸ ਕਰਕੇ ਬੁਲਾਏ ਸੀ ਕਿਉਂਕਿ ਜਦੋਂ ਕੈਨੇਡਾ ਨੇ ਇਹ ਕਿਹਾ ਕਿ ਸਾਨੂੰ ਕੁਝ ਪਤਾ ਲੱਗਾ, ਭਾਰਤ ਦੇ ਨਾਲ ਉਹਨੇ ਗੱਲਬਾਤ ਕੀਤੀ, ਤਾਂ ਉਹਨਾਂ ਨੇ ਕਿਹਾ ਇਹ ਜਿਹੜੇ 6 ਤੁਹਾਡੇ ਅਫਸਰ ਆ, ਸਾਨੂੰ ਸ਼ੱਕ ਆ ਕਿ ਇਹ ਇੱਥੇ ਜਸੂਸੀ ਕਰ ਰਹੇ, ਤੇ ਤੁਸੀਂ ਇਹਨਾਂ ਦੀ ਜਿਹੜੀ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਆ ਉਸ ਨੂੰ ਹਟਾ ਲਓ। ਪਰ ਭਾਰਤ ਨੇ ਨਾ ਕਰਤੀ, ਕਿਉਂਕਿ ਭਾਰਤ ਨਹੀਂ ਸੀ ਚਾਹੁੰਦਾ ਕਿ ਕੈਨੇਡਾ ਦੀ ਸਰਕਾਰ ਹੋਵੇ ਜਾਂ ਕੈਨੇਡਾ ਦੀ ਪੁਲਿਸ ਹੋਵੇ ਜਾਂ ਉੱਥੋਂ ਦਾ ਖੁਫੀਆ ਤੰਤਰ ਹੋਵੇ, ਉਹ ਸਾਡੇ ਅਫਸਰਾਂ ਨੂੰ ਕਿਸੇ ਤਰ੍ਹਾਂ ਦੀ ਕੁਐਸਚਨਿੰਗ ਕਰੇ। ਹੁਣ ਤੁਸੀਂ ਇੱਕ ਚੀਜ਼ ਦੇਖੋ, ਜੇ ਵਾਕਈ ਭਾਰਤ ਨੂੰ ਲੱਗਦਾ ਕਿ ਸਾਡੇ ਤੇ ਬੇਬੁਨਿਆਦ ਚਾਰਜਿਸ ਆ, ਅਸੀਂ ਤਾਂ ਉੱਥੇ ਕੁਝ ਕੀਤਾ ਨਹੀਂ, ਤੇ ਉਹ ਕਹਿ ਸਕਦੇ ਸੀ ਕਿ ਤੁਸੀਂ ਜੋ ਪੁੱਛਣਾ ਇਹਨਾਂ ਤੋਂ ਪੁੱਛ ਲਓ, ਸਾਡਾ ਤਾਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੱਥ ਹੀ ਨਹੀਂ, ਸਾਨੂੰ ਤਾਂ ਕੇਵਲ ਤੇ ਕੇਵਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਨਹੀਂ, ਭਾਰਤ ਨੇ ਇਹ ਆਪਸ਼ਨ ਚੁਣੀ ਨਹੀਂ, ਭਾਰਤ ਨੇ ਇਹ ਰਾਸਤਾ ਅਖਤਿਆਰ ਨਹੀਂ ਕੀਤਾ। ਤੇ ਆਖਿਰਕਾਰ ਜਦੋਂ ਉਹਨਾਂ ਨੇ ਕਹਿਤਾ ਕਿ ਅਸੀਂ ਡਿਪਲੋਮੈਟਿਕ ਇਮਿਊਨਿਟੀ ਇਹਨਾਂ ਦੀ ਨਹੀਂ ਹਟਾਉਣੀ ਜਾਂ ਇਹਨਾਂ ਨੂੰ ਅਸੀਂ ਸਵਾਲ ਪੁੱਛਣ ਲਈ ਨਹੀਂ ਕਹਿਣਾ, ਜਦੋਂ ਭਾਰਤ ਨੇ ਇਹ ਗੱਲ ਕੈਨੇਡਾ ਨੂੰ ਕਲੀਅਰ ਕਰਤੀ, ਉਸ ਤੋਂ ਬਾਅਦ ਫਿਰ ਕੈਨੇਡਾ ਨੇ ਉਹਨਾਂ ਨੂੰ ਐਕਸਪੈਲ ਕੀਤਾ, ਤੇ ਭਾਰਤ ਜਿਹਨੂੰ ਕਹਿੰਦਾ ਕਿ ਅਸੀਂ ਉਹਨਾਂ ਨੂੰ ਵਾਪਸ ਬੁਲਾ ਲਿਆ। ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਨੇ ਵੀ ਇੱਥੋਂ ਕੈਨੇਡਾ ਦੇ 6 ਇਸ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਸੀ ਜਾਂ ਉਹਨਾਂ ਦੇ ਕਮਿਸ਼ਨਰ ਰੈਂਕ ਦੇ ਅਫਸਰ ਸੀ, ਡਿਪਟੀ ਹਾਈ ਕਮਿਸ਼ਨਰ ਸੀ, ਇਹਨਾਂ ਨੂੰ ਵੀ ਚਲਤਾ ਕਰਤਾ। ਤੇ ਇਸ ਦੌਰਾਨ ਹੁਣ ਇੱਕ ਇੰਟਰਵਿਊ ਸਾਹਮਣੇ ਆਇਆ ਸੰਜੇ ਕੁਮਾਰ ਵਰਮਾ ਦਾ, ਜਦੋਂ ਉਹ ਵਾਪਸ ਆ ਗਏ ਆਟਵਾ ਤੋਂ, ਇਹ ਹਾਈ ਕਮਿਸ਼ਨਰ ਸੀ ਉੱਥੇ ਭਾਰਤ ਦੇ, ਹੁਣ ਆ ਕੇ ਕਹਿੰਦੇ ਆ ਕਿ ਦੇਖੋ ਜੀ, ਕੈਨੇਡਾ ਜਿਹੜਾ ਉਹ ਖਾਲਿਸਤਾਨੀਆਂ ਨੂੰ ਬਹੁਤ ਤਰਜੀਹ ਦਿੰਦਾ,
ਤੇ ਉਹਨਾਂ ਨੂੰ ਇੱਕ ਤਰ੍ਹਾਂ ਆਪਣੇ ਐਸੈਟਸ ਬਣਾ ਕੇ ਰੱਖਦਾ, ਯਾਨੀ ਕਿ ਇਹ ਉਹਨਾਂ ਲਈ ਬਹੁਤ ਅਹਿਮ ਨੇ, ਬਹੁਤ ਜ਼ਰੂਰੀ ਨੇ। ਇਸ ਤਰ੍ਹਾਂ ਦੀ ਗੱਲ ਆ ਕੇ ਕਹਿੰਦੇ ਆ। ਔਰ ਇੱਕ ਗੱਲ ਹੋਰ ਕਹਿੰਦੇ ਆ, ਸੰਜੇ ਕੁਮਾਰ ਵਰਮਾ ਜੋ ਉਹਨਾਂ ਨੇ ਕੈਨੇਡਾ ਦੇ CTV ਨੂੰ ਦਿੱਤਾ, ਜਿਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਜਿਹੜੇ G7 ਮੁਲਕ ਆ, ਕਹਿੰਦੇ ਇਹਨਾਂ ਨੇ ਵੀ ਤਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਹੀ ਆ, ਇਹਨਾਂ ਦੇ ਡਬਲ ਸਟੈਂਡਰਡਸ ਕਿਉਂ ਆ? ਤੁਸੀਂ ਇਹ ਕਹਿ ਕੇ ਸੰਜੇ ਕੁਮਾਰ ਵਰਮਾ ਵਰਗੇ ਜਿਹੜੇ ਡਿਪਲੋਮੈਟਸ ਰਹੇ ਆ, ਜਿਨ੍ਹਾਂ ਦਾ ਕੰਮ ਹੁੰਦਾ ਕਿ ਦੂਸਰੇ ਮੁਲਕਾਂ ਦੇ ਨਾਲ ਸੰਬੰਧ ਚੰਗੇ ਪੈਦਾ ਕਰਨੇ ਜਾਂ ਇੱਕ ਇੱਕ ਸ਼ਬਦ ਨੂੰ ਸੋਚ ਕੇ ਬੋਲਣਾ, ਪਰ ਇੱਥੇ ਤੁਸੀਂ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹੋ ਕਿ ਜਿਹੜੇ G7 ਮੁਲਕ ਆ ਜਾਂ ਜਿਹੜੇ ਡਿਵੈਲਪ ਮੁਲਕ ਆ, ਇਹਨਾਂ ਨੇ ਵੀ ਤਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਜਾਂ ਇਹਨਾਂ ਦੇ ਡਬਲ ਸਟੈਂਡਰਡਸ ਆ। ਇਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਇਹ ਤਾਂ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਦੇਖੋ ਜੀ, ਜੇ ਅਸੀਂ ਕਰਤੀ ਤੇ ਫਿਰ ਕਿਹੜਾ ਐਡੀ ਵੱਡੀ ਗੱਲ ਹੋ ਗਈ, ਫਿਰ ਕਿਉਂ ਰੌਲਾ ਪੈ ਗਿਆ, ਜਦੋਂ ਇਹ ਵੀ ਤਾਂ ਕਰਦੇ ਆ। ਕਿਤੇ ਤੁਹਾਡਾ ਜਿਹੜੀ ਸਟੇਟਮੈਂਟ ਦਾ ਮਤਲਬ ਆ, ਕਿਤੇ ਇਹ ਨਾ ਕੱਢ ਲਿਆ ਜਾਵੇ। ਖੈਰ, ਇਹਨਾਂ ਨੇ ਆਪਣਾ ਇੰਟਰਵਿਊ ਦਿੱਤਾ। ਉਸ ਤੋਂ ਪਹਿਲਾਂ ਇੱਥੋਂ ਦੇ ਹਾਈ ਕਮਿਸ਼ਨ, ਜਿਹੜੇ ਕੈਨੇਡੀਅਨ ਹਾਈ ਕਮਿਸ਼ਨਰ ਸੀ, ਭਾਰਤ ਦੇ ਵਿੱਚ ਤੈਨਾਤ ਸੀ, ਉਹ ਵੀ ਅਗਸਤ ਦੇ ਮਹੀਨੇ ਦੇ ਵਿੱਚ ਜਾ ਚੁੱਕੇ ਸੀ। ਹਾਲਾਂਕਿ ਉਹਨਾਂ ਦੀ ਪੋਸਟ ਹਜੇ ਵੀ ਇੱਥੇ ਸੀ। ਨਾਮ ਆ ਕੈਮਰਨ ਮੈਕੇ। ਕੈਮਰਨ ਮੈਕੇ ਨੇ ਵੀ ਆਪਣਾ ਇੱਕ ਇੰਟਰਵਿਊ ਦਿੱਤਾ। ਉੱਥੋਂ ਦਾ ਕੈਨੇਡਾ ਦਾ ਟੈਲੀਵਿਜ਼ਨ ਆ CBC ਨਿਊਜ਼ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਦਰਅਸਲ ਇਹ ਸਾਰੀ ਗੱਲ ਸਾਨੂੰ ਪਤਾ ਸੀ, ਗੁਰਪਤਵੰਤ ਸਿੰਘ ਪੰਨੂ ਹੋਵੇ ਤੇ ਹਰਦੀਪ ਸਿੰਘ ਨਿੱਜਰ ਹੋਵੇ ਕੈਨੇਡਾ ਦੇ ਵਿੱਚ, ਦੋਨਾਂ ਦਾ ਪਲਾਟ ਇੱਕ ਹੀ ਸੀ, ਦੋਨਾਂ ਦੀ ਸਾਜ਼ਿਸ਼ ਕਰਤਾ ਜਾਂ ਜਿਹੜੇ ਦੋਨਾਂ ਦੀ ਸਾਜ਼ਿਸ਼ ਕਰਨ ਵਾਲੇ ਇੱਕ ਹੀ ਸੀ, ਔਰ ਇਹਨਾਂ ਦੇ ਹੈਂਡਲਰ ਵੀ ਇੱਕ ਸੀ। ਇਹ ਸਾਰਾ ਕੁਝ ਇਹਨਾਂ ਨੇ ਪਹਿਲੀ ਵਾਰੀ ਇਹ ਗੱਲ ਕਹੀ ਆ। ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਆ। ਕੈਮਰਨ ਮੈਕੇ ਇੱਕ ਹੋਰ ਵੀ ਗੱਲ ਕਹਿੰਦੇ ਆ, ਇਹ ਹਾਈ ਕਮਿਸ਼ਨਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਕਹਿੰਦੇ ਦਰਅਸਲ ਇਹ ਇਕੱਲੇ ਟਾਰਗੇਟ ਨਹੀਂ ਸੀ, ਹੋਰ ਬਹੁਤ ਸਾਰੇ ਮਲਟੀਪਲ ਟਾਰਗੇਟ ਸੀ। ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦੀਆਂ ਖੂਫੀਆ ਏਜੰਸੀਜ਼ ਦੇ ਨਾਲ ਮਿਲ ਕੇ ਤੇ ਉੱਥੋਂ ਦੇ ਡਿਪਲੋਮੈਟਿਕ ਸਟਾਫ ਨੇ ਮਿਲ ਕੇ, ਜਿਹੜੇ ਡਿਪਲੋਮੈਟਸ ਉੱਥੇ ਗਏ ਹੋਏ ਨੇ, ਉਹਨਾਂ ਨੇ ਮਿਲ ਕੇ ਹੋਰ ਵੀ ਕਈ ਟਾਰਗੇਟਡ ਕਿਲਿੰਗਸ ਕਰਨੀਆਂ ਸੀ। ਇਸ ਤਰ੍ਹਾਂ ਦਾ ਇਹਨਾਂ ਦਾ ਇਲਜ਼ਾਮ ਆ। ਹੁਣ ਇਹ ਕਿੰਨਾ ਕੁ ਸੀਰੀਅਸ ਆ, ਇਸ ਨੂੰ ਤੁਸੀਂ ਸਮਝ ਸਕਦੇ ਹੋ। ਔਰ ਨਾਲ ਹੀ ਕਹਿੰਦੇ ਕਿਤੇ ਨਾ ਕਿਤੇ ਭਾਰਤ ਨੇ ਜਿਹੜੀ ਇੱਕ ਰੈੱਡ ਲਾਈਨ ਹੁੰਦੀ ਆ, ਉਹ ਕ੍ਰਾਸ ਕਰ ਲਈ। ਜੇ ਉਹ ਕ੍ਰਾਸ ਨਾ ਕਰਦੇ ਤੇ ਸ਼ਾਇਦ ਰਿਸ਼ਤੇ ਸਾਡੇ ਇੰਨੇ ਵਿਗੜਦੇ ਨਾ। ਇਹ ਸਾਰੀਆਂ ਜਦੋਂ ਗੱਲਾਂ ਚੱਲ ਰਹੀਆਂ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ G7 ਬਾਰੇ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਦੇਖੋ ਇਹ ਵੀ ਤਾਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਦੇ ਆ। ਹੁਣ G7 ਦੇ ਵਿੱਚ ਹੈ ਕਿਹੜੇ ਕਿਹੜੇ ਆ? ਤੁਸੀਂ ਕਿੰਨੇ ਮੁਲਕਾਂ ਨੂੰ ਆਪਣੇ ਨਾਲ ਨਾਰਾਜ਼ ਕਰ ਰਹੇ ਹੋ? ਕੈਨੇਡਾ ਤਾਂ ਚਲੋ ਤੁਹਾਡੇ ਨਾਲ ਨਾਰਾਜ਼ ਹੋ ਗਿਆ, ਤੁਹਾਡੇ ਸੰਬੰਧ ਵਿਗੜ ਗਏ, ਉਹ ਤਾਂ ਸਮਝ ਆਉਂਦੀ ਆ। ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ, US, ਅਮਰੀਕਾ ਜਿਹਨੂੰ ਆਪਾਂ ਕਹਿੰਦੇ ਆ, ਤੇ ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਕਿੰਨੇ ਮੁਲਕ ਨੇ, ਸਾਰੇ ਦੇ ਸਾਰੇ ਇਹਨਾਂ G7 ਦੇ ਨਾਲ ਰਲ ਕੇ ਚੱਲਦੇ ਆ। ਕਿ ਤੁਸੀਂ ਇਹ ਗੱਲਾਂ ਇਹੋ ਜਿਹੀ ਸਟੇਟਮੈਂਟ ਦੇਣ ਤੋਂ ਪਹਿਲਾਂ ਭੁੱਲ ਗਏ? ਅੱਜ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਕਿਸ ਤਰ੍ਹਾਂ ਭਾਰਤ ਦਾ ਇਹ ਪਹਿਲਾ ਆਪਰੇਸ਼ਨ ਨਹੀਂ ਆ। ਜੇ ਭਾਰਤ ਨੇ ਕੀਤਾ, ਕਿਉਂਕਿ ਭਾਰਤ ਤਾਂ ਇਹ ਗੱਲ ਮੰਨਦਾ ਨਹੀਂ, ਜਿਹੜਾ ਇਸ ਤਰ੍ਹਾਂ ਖਰਾਬ ਹੋਇਆ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕੀਤਾ, ਜੋ ਭਾਰਤ ਨੇ ਬੌਚਅਪ ਕਰਤਾ, ਜੋ ਭਾਰਤ ਦੀ ਵਿਦੇਸ਼ੀ ਧਰਤੀ ਦੇ ਉੱਤੇ ਭਾਰਤ ਦੇ ਡਿਪਲੋਮੈਟਸ ਤੇ ਭਾਰਤ ਦੇ ਜਿਨ੍ਹਾਂ ਉੱਥੇ ਹਾਈ ਕਮਿਸ਼ਨ ਦਾ ਸਟਾਫ ਹੁੰਦਾ, ਐਮਬੈਸੀਜ਼ ਦੇ ਵਿੱਚ ਜਾਂਦੇ ਨੇ, ਉਹਨਾਂ ਤੇ ਇਹ ਪਹਿਲੀ ਵਾਰੀ ਇਲਜ਼ਾਮ ਨਹੀਂ ਲੱਗੇ। ਸਨ 2020 ਦੇ ਵਿੱਚ ਆਸਟ੍ਰੇਲੀਆ ਚੱਲਦੇ ਆ, ਆਸਟ੍ਰੇਲੀਆ ਦੇ ਵਿੱਚ ਵੀ ਭਾਰਤ ਦੇ ਜਿਹੜੇ ਡਿਪਲੋਮੈਟ ਸੀ, ਉੱਥੋਂ ਦਾ ਸਟਾਫ ਸੀ, ਉਹਨਾਂ ਤੇ ਇਲਜ਼ਾਮ ਲੱਗੇ। ਔਰ ਇਹ ਇਲਜ਼ਾਮ ਉੱਥੋਂ ਦੀ ਆਸਟ੍ਰੇਲੀਆ ਦਾ ਇੰਟੈਲੀਜੈਂਸ ਦਾ ਚੀਫ ਆ, ਨਾਮ ਉਹਦਾ ਹੈ ਮਾਈਕ ਬਰਜਿਸ ਨੇ ਇਹ ਇਲਜ਼ਾਮ ਲਾਏ ਸੀ ਕਿ ਭਾਰਤ ਦੀਆਂ ਜਿਹੜੀਆਂ ਕੁਝ ਉੱਥੇ ਲੋਕ ਨੇ, ਤੈਨਾਤ ਨੇ ਉੱਥੋਂ ਦੀਆਂ ਐਮਬੈਸੀਜ਼ ਦੇ ਵਿੱਚ, ਉਹ ਉੱਥੇ ਸਪਾਈਂਗ ਕਰਦੇ ਆ, ਜਸੂਸੀ ਕਰਦੇ ਆ। ਔਰ ਜਸੂਸੀ ਕਿਹਨਾਂ ਦੀ ਕਰਦੇ ਆ? ਉੱਥੋਂ ਦੀ ਡਿਫੈਂਸ ਦੀ ਕਰਦੇ ਆ, ਜਿਹੜਾ ਉਹਨਾਂ ਦਾ ਡਿਫੈਂਸ ਸਿਸਟਮ ਆ। ਉੱਥੋਂ ਦੇ ਪੋਲੀਟੀਸ਼ੀਅਨਸ ਦੀ ਕਰਦੇ ਆ। ਉੱਥੋਂ ਦਾ ਜਿਹੜਾ 에ਅਰਪੋਰਟ ਦੀ ਸਿਕਿਉਰਿਟੀ ਦਾ ਪ੍ਰੋਟੋਕਾਲ ਹੁੰਦਾ, ਉਹ ਸਾਰੇ ਦੇ ਸਾਰੇ ਦੀ ਇਹ ਸਪਾਈਂਗ ਕਰਦੇ ਆ। ਤੇ ਇਸ ਤੋਂ ਇਲਾਵਾ ਇਹਨਾਂ ਨੇ ਗੱਲ ਕਹੀ ਸੀ ਕਿ ਜਿਹੜਾ ਉੱਥੇ ਇੰਡੀਅਨ ਡਾਇਸਪੋਰਾ, ਖਾਸ ਤੌਰ ਤੇ ਇੰਡੀਅਨ ਡਾਇਸਪੋਰਾ ਕਿਹੜਾ, ਜਿਹੜਾ ਸਿੱਖ ਭਾਈਚਾਰਾ ਜਾਂ ਉੱਥੇ ਮਿਨੋਰਿਟੀਜ਼ ਨੇ, ਖਾਸ ਤੌਰ ਤੇ ਮੁਸਲਿਮ ਭਾਈਚਾਰਾ ਇੱਥੋਂ ਜਾ ਕੇ ਉੱਥੇ ਵਸਿਆ, ਉਹਨਾਂ ਦੀ ਵੀ ਇਹ ਸਪਾਈਂਗ ਕਰਦੇ ਆ। ਇਹ ਸਾਰਾ ਕੁਝ ਇਹ ਕੌਣ ਕਹਿ ਰਿਹਾ ਸੀ? ਇਹ ਆਸਟ੍ਰੇਲੀਆ ਦਾ ਇੰਟੈਲੀਜੈਂਸ ਚੀਫ, ਜਿਹਦਾ ਨਾਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮਾਈਕ ਬਰਜਿਸ ਨੇ ਇਹ ਗੱਲਾਂ ਸਾਰੀਆਂ ਕਹੀਆਂ। ਔਰ ਉਸ ਤੋਂ ਬਾਅਦ ਚੁੱਪ ਚੁਪੀਤੇ ਮਾਰਚ ਸਨ 2021 ਦੇ ਵਿੱਚ ਤੁਸੀਂ ਦੇਖੋ ਭਾਰਤ ਦੇ 4 ਡਿਪਲੋਮੈਟਸ ਚੁੱਪ ਚੁਪੀਤੇ ਉੱਥੋਂ ਕੱਢਤੇ। ਔਰ ਆਸਟ੍ਰੇਲੀਆ ਨੇ ਇਸ ਗੱਲ ਦਾ ਰੌਲਾ ਨਹੀਂ ਪਾਇਆ। ਦਰਅਸਲ ਕੈਨੇਡਾ ਨੇ ਰੌਲਾ ਉਦੋਂ ਪਾਉਣਾ ਸ਼ੁਰੂ ਕੀਤਾ ਜਦੋਂ ਉਹਨੂੰ ਲੱਗਾ ਕਿ ਸਾਡੀ ਗੱਲ ਹੀ ਨਹੀਂ ਸੁਣੀ ਜਾ ਰਹੀ।
ਚੁੱਪ ਚੁਪੀਤੇ ਆਸਟ੍ਰੇਲੀਆ ਤੋਂ ਉਹ ਸਾਰੇ ਡਿਪਲੋਮੈਟਸ ਬਾਹਰ ਕੱਢ ਦਿੱਤੇ ਗਏ ਸੀ। ਤੇ ਉਸ ਤੋਂ ਬਾਅਦ ਫਿਰ ਜਦੋਂ ਪਤਾ ਲੱਗਾ ਕਿ ਇਹ ਕੇਸ ਉਜਾਗਰ ਹੋ ਗਿਆ, ਫਿਰ ਜਾ ਕੇ ਆਸਟ੍ਰੇਲੀਆ ਦੇ ਅਫੀਸ਼ੀਅਲਸ ਨੇ ਬੋਲਣਾ ਸ਼ੁਰੂ ਕੀਤਾ ਸੀ ਕਿ ਕਿਸ ਤਰ੍ਹਾਂ ਉੱਥੋਂ ਦੀ ਜਿਹੜੀ ਪੁਲਿਸ ਆ ਉਸ ਤੇ ਵੀ ਨਜ਼ਰ ਰੱਖੀ ਜਾ ਰਹੀ ਸੀ। ਡਾਇਸਪੋਰਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ, ਬਲਕਿ ਉੱਥੋਂ ਦੇ ਆਸਟ੍ਰੇਲੀਆ ਦੇ ਇੱਕ ਸੈਨੇਟਰ ਨੇ, ਨਾਮ ਆ ਉਹਨਾਂ ਦਾ ਡੇਵਿਡ ਸ਼ੂਬਰਿਜ, ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਅਸੀਂ ਚੁੱਪ ਚੁਪੀਤੇ ਭਾਰਤ ਦੇ ਉਹਨਾਂ ਡਿਪਲੋਮੈਟਸ ਨੂੰ ਕਿਉਂ ਕੱਢਿਆ, ਸਾਨੂੰ ਉਹਨਾਂ ਦੇ ਨਾਮ ਦੱਸਣੇ ਚਾਹੀਦੇ ਆ, ਪੂਰੀ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਤੇ ਨਾਮ ਉਜਾਗਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇਹ ਤਾਂ ਭਾਰਤ ਦੀ ਉਹਨਾਂ ਦਿਨਾਂ ਦੇ ਵਿੱਚ ਕਿਸਮਤ ਚੰਗੀ ਸੀ ਕਿ ਉਹਨਾਂ ਨੇ ਇਹ ਸਾਰਾ ਕੁਝ ਨਹੀਂ ਕੀਤਾ, ਪਰ ਹੁਣ ਤੁਸੀਂ ਦੇਖੋ ਉਹ ਸਾਰੀਆਂ ਹੌਲੀ ਹੌਲੀ ਚੀਜ਼ਾਂ ਉਜਾਗਰ ਹੋ ਰਹੀਆਂ ਨੇ। ਤੇ ਇੰਡੀਆ ਨੇ ਉਸ ਵਕਤ ਵੀ ਇਹੀ ਗੱਲ ਕਹੀ ਸੀ, ਕਹਿੰਦੇ ਇਹ ਜਿੰਨੀਆਂ ਆਸਟ੍ਰੇਲੀਆ ਨੇ ਐਲੀਗੇਸ਼ਨਸ ਲਾਈਆਂ ਨੇ ਅਨਵਾਰੰਟਡ ਨੇ, ਯਾਨੀ ਕਿ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਸੀ ਇਸ ਤਰ੍ਹਾਂ ਦੀ ਸਾਡੇ ਤੇ ਐਲੀਗੇਸ਼ਨਸ ਲਾਉਣੀਆਂ ਜਾਂ ਸਾਡੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ। ਤੇ ਦੂਸਰੀ ਉਹਨਾਂ ਨੇ ਕਿਹਾ ਸੀ ਕਿ ਅਨਸਬਸਟੈਂਸ਼ੀਏਟਡ, ਯਾਨੀ ਕਿ ਇਹਨਾਂ ਚਾਰਜਸ ਦੇ ਵਿੱਚ, ਇਹਨਾਂ ਆਸਟ੍ਰੇਲੀਆ ਦੇ ਦੋਸ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਮ ਨਹੀਂ ਹੈ। ਔਰ ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਕੋਟ ਵੀ ਕੀਤਾ ਗਿਆ ਵਾਸ਼ਿੰਗਟਨ ਪੋਸਟ ਵੱਲੋਂ, ਉਹਨਾਂ ਨੇ ਇਹ ਸਾਰੇ ਖੁਲਾਸੇ ਕੀਤੇ ਕਿ ਆਸਟ੍ਰੇਲੀਆ ਨੇ ਇਸ ਤਰ੍ਹਾਂ ਕਰਤਾ। ਹੁਣ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਆਸਟ੍ਰੇਲੀਆ ਵੀ, ਜਿਹੜੇ ਮੈਂ ਤੁਹਾਨੂੰ 5 ਆਈਜ਼ ਦੱਸਦਾ ਹੁੰਦਾ ਕਿ ਜਿਹੜੇ 5 ਮੁਲਕ ਨੇ ਮਿਲ ਕੇ ਆਪਣੀ ਇੰਟੈਲੀਜੈਂਸ ਦੀ ਗੈਦਰਿੰਗ ਕਰਦੇ ਆ, ਜਿਹਦੇ ਵਿੱਚ ਅਮਰੀਕਾ, ਜਿਹਦੇ ਵਿੱਚ ਯੂਕੇ, ਯੂਨਾਈਟਿਡ ਕਿੰਗਡਮ ਆ, ਜਿਹਦੇ ਵਿੱਚ ਖੁਦ ਕੈਨੇਡਾ ਵਾ, ਜਿਹਦੇ ਵਿੱਚ ਆਸਟ੍ਰੇਲੀਆ, ਜਿਹਦੇ ਵਿੱਚ ਨਿਊਜ਼ੀਲੈਂਡ ਆ। ਕਿਸ ਟਾਈਮ ਤੁਹਾਨੂੰ ਸ਼ਾਇਦ ਮੈਂ ਇਹ ਵੀ ਜਾਣਕਾਰੀ ਦੇ ਦਾਂ ਕਿ ਭਾਰਤ ਵੀ ਚਾਹੁੰਦਾ ਸੀ ਕਿ ਸਾਨੂੰ 5 ਆਈਜ਼ ਦਾ ਹਿੱਸਾ ਬਣਾਇਆ ਜਾਵੇ, ਅਸੀਂ ਵੀ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ 6ਵਾਂ ਮੁਲਕ, ਪਰ ਕੀ ਹੁਣ ਭਾਰਤ ਨੂੰ ਬਣਾਇਆ ਜਾਊਗਾ? ਇਸ ਗੱਲ ਉੱਤੇ ਵੀ ਸਵਾਲ ਪੈਦਾ ਹੁੰਦੇ ਨੇ। ਚਲੋ ਆਸਟ੍ਰੇਲੀਆ ਤੋਂ ਚੱਲਦੇ ਹਾਂ ਹੁਣ ਜਰਮਨੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਸਨ 2019 ਦੇ ਵਿੱਚ, ਔਰ ਸਾਨੂੰ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਉਦੋਂ ਵੀ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਸੀ, ਔਰ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਸੀ, ਔਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ, ਯਾਨੀ ਕਿ ਇੰਡੀਅਨ ਪ੍ਰਾਈਮ ਮਿਨਿਸਟਰ। ਉਹਨਾਂ ਦਿਨਾਂ ਦੇ ਵਿੱਚ ਜਰਮਨੀ ਨੇ ਉੱਥੇ ਇੱਕ ਕਪਲ ਫੜਿਆ, ਇੱਕ ਫੜਿਆ ਉੱਥੇ ਮਨਮੋਹਨ ਸਿੰਘ ਨਾਮ ਦਾ ਵਿਅਕਤੀ, ਤੇ ਦੂਸਰੀ ਉਹਦੀ ਪਤਨੀ ਨਾਮ ਸੀ ਕਮਲਜੀਤ ਕੌਰ। ਇਹ ਉੱਥੇ ਸਪਾਈਂਗ ਕਰਦੇ ਸੀ, ਇਹਨਾਂ ਤੇ ਵੀ ਚਾਰजेस ਲੱਗੇ, ਬਲਕਿ ਇਸ ਮਨਮੋਹਨ ਸਿੰਘ ਨੂੰ 18 ਮਹੀਨੇ ਦੀ ਕੈਦ ਹੋਈ, ਪਰ ਨਾਲ ਉਹਨਾਂ ਨੇ ਸ਼ਰਤਾਂ ਲਾਤੀਆਂ ਕਿ ਜੇ ਤੁਸੀਂ ਚੰਗੀ ਤਰ੍ਹਾਂ ਸਾਨੂੰ ਸਬੂਤ ਦੇ ਦਿਓ ਤਾਂ ਤੁਹਾਡੀ ਇਹ ਸਜ਼ਾ ਮਾਫ ਕੀਤੀ ਜਾ ਸਕਦੀ ਹੈ। ਪਰ ਹਾਂ, ਉੱਥੋਂ ਦੀ ਜਰਮਨੀ ਦੀ ਕੋਰਟ ਨੇ ਇਹਨਾਂ ਨੂੰ ਸਜ਼ਾ ਦਿੱਤੀ ਸੀ। ਤੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਪਤਨੀ, ਕਿਉਂਕਿ ਉਹ ਆਪਣੇ ਪਤੀ ਦੀ ਮਦਦ ਕਰ ਰਹੀ ਸੀ ਹਰ ਤਰ੍ਹਾਂ ਦੀ, ਉਸ ਦੀ 180 ਦਿਨਾਂ ਦੀ, ਜਿੱਥੇ ਉਹ ਨੌਕਰੀ ਕਰਦੀ ਸੀ ਉਹਦੀ 180 ਦਿਨਾਂ ਦੀ ਤਨਖਾਹ ਕੱਟ ਲਈ ਸੀ। ਇਹ ਸਜ਼ਾਵਾਂ ਦਿੱਤੀਆਂ ਸੀ। ਇਹ ਸਾਰਾ ਕੁਝ ਸਨ 2019 ਦਸੰਬਰ ਦੇ ਮਹੀਨੇ ਦੇ ਵਿੱਚ ਵਾਪਰਦਾ, ਤੇ ਫਿਰ ਤੁਸੀਂ ਖੁਦ ਸਮਝ ਸਕਦੇ ਹੋ ਕਿ ਇਹ ਪਹਿਲੀ ਘਟਨਾ। ਔਰ ਜਰਮਨੀ ਦੇ ਕੋਰਟ ਦੇ ਵਿੱਚ ਵੀ ਇਹਨਾਂ ਦੇ ਕੀ ਇਲਜ਼ਾਮ ਸੀ ਇਸ ਕਪਲ ਦੇ, ਮਨਮੋਹਨ ਸਿੰਘ ਤੇ ਜਾਂ ਉਸ ਦੀ ਪਤਨੀ ਤੇ। ਕਹਿੰਦੇ ਜੀ ਇਹਨਾਂ ਨੂੰ ਕਿਹਾ ਗਿਆ ਸੀ ਭਾਰਤ ਦੀ ਖੂਫੀਆ ਏਜੰਸੀਜ਼ ਵੱਲੋਂ, ਬਲਕਿ ਇਹਨਾਂ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ ਰॉ ਨੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਸੀ। ਰॉ ਇਹਨਾਂ ਨੂੰ ਪੇ ਕਰਦੀ ਸੀ, ਮੰਥਲੀ ਇਹਨਾਂ ਨੂੰ ਪੈਸੇ ਦਿੰਦੀ ਸੀ, ਤਾਂ ਕਿ ਇਹ ਉੱਥੋਂ ਦਾ ਸਿੱਖ ਡਾਇਸਪੋਰਾ, ਫਿਰ ਇੱਥੇ ਦੇਖੋ ਸਿੱਖ ਭਾਈਚਾਰੇ ਤੇ ਇਸੇ ਤਰ੍ਹਾਂ ਜਿਹੜਾ ਕਸ਼ਮੀਰੀ ਭਾਈਚਾਰਾ, ਕਸ਼ਮੀਰ ਤੋਂ ਜਿਹੜੇ ਵਿਅਕਤੀ ਜਾ ਕੇ ਉਹਨਾਂ ਮੁਲਕਾਂ ਦੇ ਵਿੱਚ ਯਾਨੀ ਕਿ ਜਰਮਨੀ ਵਸੇ ਆ, ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਤੇ ਨਜ਼ਰ ਰੱਖੀ ਜਾਵੇ। ਤੇ ਜਿਹੜੀ ਜਿੰਨੀ ਇਨਫੋਰਮੇਸ਼ਨ ਸੀ, ਦੇਖੋ ਇਹਨਾਂ ਨੂੰ ਉੱਥੇ ਸ਼ਹਿਰ ਹੈ ਕਿ ਕਲੋਨ, ਉੱਥੇ ਇਸੇ ਤਰ੍ਹਾਂ ਫਰੈਂਕਫਰਟ ਦੇ ਵਿੱਚ ਜਿੰਨੇ ਸਿੱਖ ਗੁਰਦੁਆਰੇ ਨੇ, ਉਹਨਾਂ ਗੁਰਦੁਆਰਿਆਂ ਦੇ ਵਿੱਚ ਕੀ ਗਤੀਵਿਧੀਆਂ ਚੱਲਦੀਆਂ ਨੇ, ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਨੂੰ ਸਾਰਾ ਕੁਝ ਦੱਸੋਗੇ, ਸਾਰੀ ਸਾਨੂੰ ਜਾਣਕਾਰੀ ਦਿਓਗੇ। ਤੇ ਜੇ ਉੱਥੇ ਕੋਈ ਸਿੱਖ ਭਾਈਚਾਰਾ ਜਾਂ ਕਸ਼ਮੀਰ ਲੋਕ ਜਿਹੜੇ ਕਸ਼ਮੀਰ ਤੋਂ ਗਏ ਨੇ, ਕਸ਼ਮੀਰ ਦੇ ਰਹਿਣ ਵਾਲੇ ਨੇ, ਜਾਂ ਅੱਜ ਕੱਲ੍ਹ ਉੱਥੇ ਵਸ ਗਏ ਨੇ ਜਰਮਨੀ ਦੇ ਵਿੱਚ, ਜੇ ਉੱਥੇ ਕਿਸੇ ਤਰ੍ਹਾਂ ਦੇ ਪ੍ਰੋਟੈਸਟ ਕਰਦੇ ਆ, ਕਿਸੇ ਤਰ੍ਹਾਂ ਦੇ ਕੋਈ ਧਰਨੇ ਪ੍ਰਦਰਸ਼ਨ ਲਾਉਂਦੇ ਆ, ਤੁਸੀਂ ਸਾਨੂੰ ਇਹਦੀ ਵੀ ਇਤਲਾਹ ਦਿਓਗੇ, ਇਹ ਵੀ ਜਾਣਕਾਰੀ ਦਿਓਗੇ। ਆਖਿਰਕਾਰ ਇਹ ਜਿਹੜਾ ਕਪਲ ਸੀ ਇਹ ਫੜਿਆ ਵੀ ਜਾਂਦਾ। ਵੈਸੇ ਮੈਂ ਇਹ ਵੀ ਦੱਸਦਾ, ਇਹਨਾਂ ਨੂੰ 1500 ਯੂਰੋ ਦੇ ਕਰੀਬ ਉਦੋਂ ਫਾਈਨ ਵੀ ਕੀਤਾ ਗਿਆ ਸੀ। ਇਹ ਹਾਲਾਤ ਨੇ। ਚਲੋ ਹੁਣ ਜਰਮਨੀ ਤੋਂ ਚੱਲਦੇ ਹਾਂ ਆਪਾਂ ਕਤਰ ਦੇ ਵਿੱਚ। ਤੁਸੀਂ ਯਾਦ ਕਰੋ 8 ਸਾਡੇ ਇੰਡੀਅਨ ਨੇਵੀ ਦੇ ਬੜੇ ਸੀਨੀਅਰ ਅਫਸਰ, ਜਿਨ੍ਹਾਂ ਦੀ ਬੜੀ ਚੰਗੀ ਨੌਕਰੀ ਰਹੀ, ਬੜਾ ਉਹਨਾਂ ਦਾ ਟਰੈਕ ਰੈਕਡ ਬੜਾ ਵਧੀਆ ਰਿਹਾ, 8 ਨੇਵੀ ਦੇ ਅਫਸਰ ਕਤਰ ਨੇ, ਉਹਨਾਂ ਦੀ ਕਤਰ ਦੀ ਕੋਰਟ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਭਾਰਤ ਨੂੰ ਉਹਨਾਂ ਦਿਨਾਂ ਦੇ ਵਿੱਚ ਹੱਥਾਂ ਪੈਰਾਂ ਦੀ ਪੈ ਗਈ ਸੀ। ਔਰ ਮੈਂ ਇਹ ਪਿਛਲੇ ਸਾਲ ਸਨ 2023 ਦੀ ਗੱਲ ਕਰ ਰਿਹਾ, 23 ਦਾ ਸਤੰਬਰ ਦਾ ਮਹੀਨਾ ਸੀ,
ਔਰ ਉਸ ਵਕਤ ਭਾਰਤ ਨੂੰ ਇਹ ਲੱਗਾ ਕਿ ਹੁਣ ਜਦੋਂ 8 ਸਾਡੇ ਨੇਵੀ ਦੇ ਅਫੀਸਰਸ ਆ ਉੱਥੇ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਹੋ ਗਈ ਹੈ, ਤੇ ਜੇ ਉਹਨਾਂ ਨੂੰ ਮੌਤ ਉੱਥੇ ਕਤਰ ਨੇ ਦੇਤੀ ਜਾਂ ਉੱਥੋਂ ਦੀਆਂ ਅਥਾਰਟੀਜ਼ ਨੇ, ਸਰਕਾਰ ਨੇ, ਤੇ ਬੜੀ ਸਾਡੇ ਲਈ ਨਾਮੋਸ਼ੀ ਦੀ ਗੱਲ ਆ। ਫਿਰ ਤੁਹਾਨੂੰ ਪਤਾ ਹੀ ਹੈ ਐਸ ਜੈ ਸ਼ੰਕਰ ਭੱਜੇ ਗਏ ਸੀ। ਪਰ ਜਿਹੜੀ ਅਸਲੀ ਗੱਲ ਆ, ਜਿਹੜੇ ਇਹਨਾਂ ਤੇ ਚਾਰਜਸ ਸੀ, ਇੱਥੇ ਵੀ ਜਸੂਸੀ ਦੇ ਚਾਰਜਸ ਸੀ ਇਹਨਾਂ 8 ਅਫਸਰਾਂ ਤੇ। ਬਲਕਿ ਜਿਹੜਾ ਇੱਕ ਇੰਗਲੈਂਡ ਦਾ ਬੜਾ ਪ੍ਰੋਮੀਨੈਂਟ ਅਖਬਾਰ ਆ, ਸਾਡੇ ਇੱਥੇ ਭਾਰਤ ਦੇ ਅਖਬਾਰਾਂ ਨੇ, ਭਾਰਤ ਦੇ ਮੀਡੀਆ ਨੇ ਇਸ ਗੱਲ ਦਾ ਉਜਾਗਰ ਬਿਲਕੁਲ ਨਹੀਂ ਕੀਤਾ, ਇਸ ਗੱਲ ਦਾ ਖੁਲਾਸਾ ਨਹੀਂ ਕੀਤਾ। ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਵੀ ਉੱਥੇ ਐਸਪੀਨਾਜ, ਇਹ ਉੱਥੇ ਜਸੂਸੀ ਕਰਦੇ ਸੀ ਔਰ ਇਹੀ ਇਹਨਾਂ ਤੇ ਚਾਰਜਸ ਸੀ। ਇਸ ਗੱਲ ਦਾ ਖੁਲਾਸਾ ਇਜ਼ਰਾਈਲ ਦੀ ਇੱਕ ਅਖਬਾਰ ਆ ਦੀ ਟਾਈਮਸ ਆਫ ਇਜ਼ਰਾਈਲ, ਉਹਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ। ਇਹ ਉੱਥੋਂ ਦੀ ਜਿਹੜੀ ਕਤਰ ਦਾ ਇੱਕ ਸਬਮਰੀਨ ਯਾਨੀ ਕਿ ਪਣਡੁੱਬੀਆਂ ਦਾ ਇੱਕ ਪ੍ਰੋਗਰਾਮ ਸੀ, ਮਿਲਟਰੀ ਪ੍ਰੋਗਰਾਮ ਸੀ ਪਣਡੁੱਬੀਆਂ ਦਾ ਕਤਰ ਦਾ, ਉਸ ਉੱਤੇ ਨਜ਼ਰ ਰੱਖਦੇ ਸੀ ਤੇ ਉਸ ਦੀ ਸਾਰੀ ਇਨਫੋਰਮੇਸ਼ਨ ਜਾਂ ਜਾਣਕਾਰੀ ਇਹਨਾਂ ਦਾ ਇਹ ਸੀ ਕਿ ਇਹਨਾਂ ਨੇ ਜਾ ਕੇ ਆਪਣੇ ਇਜ਼ਰਾਈਲ ਨੂੰ ਦੇਣੀ ਹੈ ਜਾਂ ਭਾਰਤ ਨੂੰ ਦੇਣੀ ਹੈ। ਇਹ ਇਹਨਾਂ ਤੇ ਇਲਜ਼ਾਮ ਸੀ ਤੇ ਉਸ ਤੋਂ ਬਾਅਦ ਇਹ ਫੜੇ ਜਾਂਦੇ ਨੇ। ਔਰ ਤੁਸੀਂ ਦੇਖੋ ਇਹ ਸਾਰੇ ਅੱਠੇ ਜੋ ਇਹਨਾਂ ਤੇ ਇਲਜ਼ਾਮ ਆ, ਜੋ ਸਾਰੀ ਰਿਪੋਰਟ ਛਪੀ ਆ, ਇਹ ਉੱਥੇ ਕਤਰ ਦੇ ਵਿੱਚ ਇੱਕ ਕੰਸਲਟੈਂਸੀ ਕੰਪਨੀ ਚਲਾਉਂਦੀ ਸੀ, ਨਾਮ ਸੀ ਉਹਦਾ ਅਲ ਦਹਰਾ ਦੇ ਵਿੱਚ ਇਹ ਕੰਸਲਟੈਂਸੀ ਕਿਹਨੂੰ ਦਿੰਦੇ ਸੀ ਇੱਕ ਕਤਰ ਸਰਕਾਰ ਨੂੰ ਪਣਡੁੱਬੀਆਂ ਬਾਰੇ ਹੀ ਜਾਣਕਾਰੀ ਦਿੰਦੇ ਸੀ। ਤੇ ਉਸੇ ਤਰ੍ਹਾਂ ਇਹਨਾਂ ਤੇ ਇਲਜ਼ਾਮ ਇਹ ਸੀ ਕਿ ਇਹ ਇਜ਼ਰਾਈਲ ਨੂੰ ਇਨਫੋਰਮੇਸ਼ਨ ਦਿੰਦੇ ਨੇ ਤੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ, ਕਤਰ ਦੀ ਇਨਫੋਰਮੇਸ਼ਨ ਉਹਨਾਂ ਕੋਲੇ ਜਾ ਰਹੀ ਆ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਿੰਨੇ ਐਫਰਟ ਲਗਾ ਕੇ, ਕਿੰਨੀਆਂ ਕੋਸ਼ਿਸ਼ਾਂ ਕਰਕੇ ਆਖਿਰਕਾਰ ਭਾਰਤ ਸਰਕਾਰ ਨੇ ਮਿਹਨਤ ਤਰਲਾ ਕਰਕੇ ਇਹਨਾਂ 8 ਨੇਵੀ ਦੇ ਅਫਸਰਾਂ ਨੂੰ ਬਚਾ ਲਿਆ ਸੀ। ਕਹਿਣ ਦਾ ਭਾਵ ਆ, ਚਾਹੇ ਉਹ ਕੈਨੇਡਾ, ਚਾਹੇ ਉਹ ਅਮਰੀਕਾ, ਚਾਹੇ ਉਹ ਜਰਮਨੀ, ਚਾਹੇ ਉਹ ਆਸਟ੍ਰੇਲੀਆ, ਚਾਹੇ ਕਤਰ ਆ, ਇਹਨਾਂ ਸਾਰੇ ਮੁਲਕਾਂ ਦੇ ਵਿੱਚ ਭਾਰਤ ਤੇ ਇਹ ਇਲਜ਼ਾਮ ਲੱਗ ਰਹੇ ਆ। ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਕਿ ਦੇਖੋ ਇਲਜ਼ਾਮ ਲਾਉਣੇ ਬੜੇ ਸੌਖੇ ਨੇ ਔਰ ਇਲਜ਼ਾਮ ਲੱਗਦੇ ਰਹਿੰਦੇ ਨੇ ਮੁਲਕਾਂ ਤੇ, ਪਰ ਮੁਲਕ ਆ ਜਿਹੜੇ ਅਸਲ ਦੇ ਵਿੱਚ ਉਹ ਐਕਸਪੋਜ਼ ਹੁੰਦੇ ਨੇ ਜਿਹੜੇ ਫੜੇ ਜਾਂਦੇ ਨੇ। ਸਾਰੇ ਮੁਲਕ ਕੋਈ ਨਾ ਦੇ ਕੋਵਰਟ ਜਾਂ ਓਵਰਟ ਆਪਰੇਸ਼ਨਸ ਹੁੰਦੇ ਨੇ, ਖੂਫੀਆ ਆਪਰੇਸ਼ਨਸ ਹੁੰਦੇ ਨੇ, ਜਾਂ ਉਹ ਖੁੱਲ੍ਹ ਕੇ ਕਰਦੇ ਨੇ, ਇਹ ਸਾਰਾ ਕੁਝ ਚੱਲਦਾ ਰਹਿੰਦਾ। ਪਰ ਜਦੋਂ ਚੋਰ ਤੁਸੀਂ ਉਦੋਂ ਹੀ ਹੋ ਜਦੋਂ ਤੁਸੀਂ ਫੜੇ ਜਾਂਦੇ ਹੋ। ਇਸੇ ਕਰਕੇ ਜਿਹੜੀ ਭਾਰਤ ਦੀ ਇਹ ਗੱਲ ਆ, ਬੜੀ ਨਮੋਸ਼ੀ ਇਹਨਾਂ ਦੀ ਸਾਹਮਣੇ ਆਉਂਦੀ ਆ। ਦੇਖੋ ਮੈਨੂੰ ਤਾਂ ਲੱਗਦਾ ਇਹ ਜਿਹੜੇ ਖੂਫੀਆ ਵਿਭਾਗ ਦੇ ਵਿੱਚ ਸਾਰੇ ਬੰਦੇ ਨੇ, ਮੈਨੂੰ ਲੱਗਦਾ ਕਾਰਵਾਈ ਤਾਂ ਇਹਨਾਂ ਦੇ ਹੋਣੀ ਚਾਹੀਦੀ ਆ। ਜਦੋਂ ਕੋਈ ਵੀ ਆਪਰੇਸ਼ਨ ਹੁੰਦਾ ਉਹ ਖੂਫੀਆ ਰਹਿਣਾ ਚਾਹੀਦਾ। ਵੈਸੇ ਇਸ ਮਾਮਲੇ ਦੇ ਵਿੱਚ ਭਾਰਤ ਦਾ ਜਿਹੜਾ ਮੀਡੀਆ, ਮੇਨ ਸਟ੍ਰੀਮ ਮੀਡੀਆ, ਜਿਹੜਾ ਅੱਜ ਕੱਲ੍ਹ ਲਗਭਗ ਗੋਦੀ ਮੀਡੀਆ ਬਣ ਗਿਆ, ਜਾਂ ਇਹ ਕਿਹਾ ਜਾ ਰਿਹਾ ਕਿ ਕੇਵਲ ਤੇ ਕੇਵਲ ਸਰਕਾਰੀ ਮੀਡੀਆ ਬਣ ਗਿਆ, ਸਾਰਾ ਦਿਨ ਭਾਰਤ ਸਰਕਾਰ ਦੀ ਜੈ ਕਰਦਾ ਰਹਿੰਦਾ, ਇਸ ਤੋਂ ਇਲਾਵਾ ਲੋਕਾਂ ਦੀ ਗੱਲ ਬਿਲਕੁਲ ਨਹੀਂ ਕਰਦਾ। ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਰਿਸਪੌਂਸੀਬਲ ਹੈ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਪੈਦਾ ਕਰਨ ਲਈ ਜਾਂ ਇਸ ਤਰ੍ਹਾਂ ਦੀ ਮੁਸ਼ਕਲਾਂ ਦੇ ਵਿੱਚ ਭਾਰਤ ਨੂੰ ਪਾਉਣ ਲਈ। ਔਰ ਨਾਲ ਦੀ ਨਾਲ ਉਹ ਲੋਕ ਵੀ ਇਸ ਲਈ ਬਹੁਤ ਜ਼ਿੰਮੇਵਾਰ ਨੇ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਨੇ, ਕੱਟੜ ਸਮਰਥਕ ਨੇ, ਬਲਕਿ ਕਈ ਲੋਕ ਤਾਂ ਉਹਨਾਂ ਨੂੰ ਭਗਤ ਵੀ ਕਹਿੰਦੇ ਆ। ਬਗੈਰ ਸੋਚੇ ਸਮਝੇ ਕਿਤੇ ਵੀ ਕੋਈ ਕਿਲਿੰਗ ਹੋ ਜਾਂਦੀ ਆ, ਉਹ ਸਾਰੇ ਦਾ ਸਾਰਾ ਸਿਹਰਾ ਆਪਣੇ ਸਿਰ ਲੈਣ ਲੱਗ ਜਾਂਦੇ ਆ। ਦੇਖੋ ਜੀ, ਅਸੀਂ ਤਾਂ ਘੁਸ ਕੇ ਮਾਰਾਂਗੇ, ਅਸੀਂ ਤਾਂ ਉੱਥੇ ਜਾ ਕੇ ਮਾਰਾਂਗੇ, ਅਸੀਂ ਹੁਣ ਵਿਸ਼ਵ ਗੁਰੂ ਹੋ ਗਏ ਆ, ਸਾਡੇ ਵੱਲ ਕੋਈ ਅੱਖ ਕਰਕੇ ਦਿਖਾਵੇ। ਤੇ ਮੈਂ ਤੁਹਾਨੂੰ ਪਹਿਲਾਂ ਕਿੰਨੀ ਵਾਰੀ ਦੱਸ ਕੇ ਹਟਿਆ, ਆ ਸਾਡੇ ਆਪਣੇ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਚੀਨ ਨੂੰ ਤਾਂ ਕਦੇ ਲਾਲ ਅੱਖਾਂ ਵਿਖਾਈਆਂ ਨਹੀਂ ਗਈਆਂ, ਉਹ ਚੀਨ ਨੂੰ ਬਿਲਕੁਲ ਭੁੱਲ ਜਾਂਦੇ ਆ। ਸੋ ਇਹ ਸਾਰੀਆਂ ਜਦੋਂ ਚੀਜ਼ਾਂ ਆਉਂਦੀਆਂ ਨੇ, ਕਿਤੇ ਨਾ ਕਿਤੇ ਇਹ ਵੀ ਸਰਕਾਰ ਲਈ ਮੁਸ਼ਕਲ ਪੈਦਾ ਕਰਦੇ ਆ। ਹੁਣ ਤੁਸੀਂ ਦੇਖੋ ਇਹ ਜਿਹੜੇ ਮੁਲਕ ਨੇ, ਕੈਨੇਡਾ, ਥੋੜ੍ਹਾ ਜਿਹਾ ਇਹਨਾਂ ਬਾਰੇ ਫੇਰ ਇੱਕ ਵਾਰੀ ਜਾਣਦੇ ਆ। ਉੱਥੇ ਬੋਲਣ ਦੀ, ਆਪਣਾ ਕਿਸੇ ਨਾ ਕਿਸੇ ਤਰ੍ਹਾਂ ਮਤ ਪ੍ਰਗਟ ਕਰਨ ਦੀ ਪੂਰੀ ਤਰ੍ਹਾਂ ਆਜ਼ਾਦੀ ਆ। ਤੇ ਕਿਸੇ ਟਾਈਮ ਕੈਨੇਡਾ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਕਿ ਜਿਹੜਾ ਉੱਥੋਂ ਦਾ ਇੱਕ ਫ੍ਰੈਂਚ ਪ੍ਰੋਵਿੰਸ ਕਿਬੈਕ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਉਹ ਸੂਬਾ ਜਾਂ ਉੱਥੋਂ ਦਾ ਪ੍ਰੋਵਿੰਸ ਉਹ ਅਲੱਗ ਹੋਣਾ ਚਾਹੁੰਦਾ ਸੀ, ਉਹਦੇ ਲਈ ਰੈਫਰੈਂਡਮ ਵੀ ਹੋਇਆ। ਲੇਕਿਨ ਕਿਉਂਕਿ ਉਹ ਰੈਫਰੈਂਡਮ ਉੱਥੋਂ ਦੇ ਲੋਕ ਨਹੀਂ ਮੈਜੋਰਿਟੀ ਦੇ ਵਿੱਚ ਜਿੱਤ ਸਕੇ, ਇਸੇ ਕਰਕੇ ਉਹ ਕਦੇ ਅਲੱਗ ਨਹੀਂ ਹੋਇਆ। ਵੈਸੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦਾ ਕਿ ਇਕੱਲਾ ਕਿਬੈਕ ਨੇ ਨਹੀਂ ਇਹ ਕੰਮ ਕੀਤਾ। ਕਿਸੇ ਟਾਈਮ ਇਸ ਤਰ੍ਹਾਂ ਦੀ ਲਹਿਰ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਚੱਲੀ ਸੀ। ਬ੍ਰਿਟਿਸ਼ ਕੋਲੰਬੀਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਬਿਲਕੁਲ ਅਮਰੀਕਾ ਦੇ ਨਾਲ ਲੱਗਦਾ, ਉਹਦੀ ਜਿਹੜੀ ਹੱਦ ਆ ਜਾਂ ਸਰਹੱਦ ਆ ਨਾਲ ਆ ਅਮਰੀਕਾ ਦੇ। ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਲਹਿਰ ਚੱਲੀ ਸੀ ਕਿ ਕੀ ਅਸੀਂ ਅਮਰੀਕਾ ਦੇ ਨਾਲ ਮਿਲ ਜੀਏ। ਇਸੇ ਤਰ੍ਹਾਂ ਦੀ ਲਹਿਰ ਇੱਕ ਵਾਰੀ ਅਲਬਰਟਾ ਉੱਥੇ ਵੀ ਚੱਲੀ ਸੀ, ਉੱਥੋਂ ਦਾ ਪ੍ਰੋਵਿੰਸ ਆ ਇਹ, ਕਿ ਅਸੀਂ ਅਮਰੀਕਾ ਦੇ ਨਾਲ ਰਲ ਜੀਏ, ਪਰ ਅੱਜ ਤੱਕ ਉਹ ਰਲੇ ਨਹੀਂ ਆ। ਸੋ ਕਹਿਣ ਦਾ ਭਾਵ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ, ਜੇ ਮੰਨ ਲਓ ਕੋਈ ਨਾਅਰਾ ਲਾ ਵੀ ਦਿੰਦਾ
ਹੁਣ ਕਿਬੈਕ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਇਸੇ ਤਰ੍ਹਾਂ ਦੀ ਇੱਕ ਮੂਵਮੈਂਟ ਸਪੇਨ ਦੇ ਵਿੱਚ ਕੈਟਾਲੋਨੀਆ ਉੱਥੇ ਵੀ ਚੱਲ ਚੁੱਕੀ ਹੈ। ਸਕਾਟਲੈਂਡ ਆਪਾਂ ਨੂੰ ਸਾਰਿਆਂ ਨੂੰ ਪਤਾ ਯੂਕੇ ਦਾ ਹਿੱਸਾ, ਉੱਥੇ ਵੀ ਇੱਕ ਸੈਪਰੇਟ ਸਟੇਟ ਜਾਂ ਸੈਪਰੇਟ ਮੁਲਕ ਦੀ ਉੱਥੇ ਇੱਕ ਮੂਵਮੈਂਟ ਚੱਲ ਚੁੱਕੀ ਹੈ। ਕਦੇ ਵੀ ਇਹ ਨਹੀਂ ਹੁੰਦਾ ਕੋਈ ਵੀ ਜਿਹੜਾ ਡੈਮੋਕ੍ਰੈਟਿਕ ਕੰਟਰੀ ਆ, ਜੇ ਉੱਥੇ ਕੁਝ ਗਰੁੱਪ ਜਾਂ ਕੁਝ ਲੋਕ ਰਲ ਕੇ ਕੋਈ ਪੀਸਫੁਲ ਮੂਵਮੈਂਟ ਚਲਾਉਂਦੇ ਆ, ਤਾਂ ਮੈਨੂੰ ਨਹੀਂ ਲੱਗਦਾ ਕਿ ਉਸ ਲੋਕਤਾਂਤਰਿਕ ਜਾਂ ਜਿਹੜਾ ਕੋਈ ਡੈਮੋਕ੍ਰੇਸੀ ਦੇ ਵਿੱਚ ਬਿਲੀਵ ਕਰਦਾ ਉਹ ਕੋਈ ਮੁਲਕ ਇਸ ਕੰਮ ਲਈ ਗਲਤ ਹੋ ਸਕਦਾ। ਤੁਸੀਂ ਦੇਖੋ ਈਵਨ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਜੇ ਕੋਈ ਵਿਅਕਤੀ ਕਿਤੇ ਨਾਅਰੇ ਲਾ ਦਿੰਦਾ, ਕਿਤੇ ਕੋਈ ਸਲੋਗਨ ਲਿਖ ਦਿੰਦਾ ਕੰਧ ਤੇ ਉਸ ਤੇ ਸੈਡੀਸ਼ਨ ਚਾਰजेस ਨਾ ਲਾਓ, ਉਹ ਕੋਈ ਐਂਟੀ ਨੈਸ਼ਨਲ ਨਹੀਂ ਹੋ ਜਾਂਦਾ। ਪਰ ਇੱਥੇ ਤੁਸੀਂ ਦੇਖੋ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਈਕੋਸਿਸਟਮ ਖੜਾ ਕੀਤਾ, ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਨੂੰ ਇੱਥੇ ਬੈਠਿਆਂ ਬੈਠਿਆਂ ਭਾਰਤ ਦੇ ਵਿੱਚ ਖਾਲਿਸਤਾਨੀ ਬਣਾਤਾ, ਕਿਸ ਤਰ੍ਹਾਂ ਇਹ ਲੋਕਾਂ ਨੂੰ ਲਗਾਤਾਰ, ਹੁਣ ਜਿਸ ਤਰ੍ਹਾਂ ਇਹ ਸੰਜੇ ਕੁਮਾਰ ਵਰਮਾ ਜਿਹੜੇ ਭਾਰਤ ਦੇ ਹਾਈ ਕਮਿਸ਼ਨ ਕੈਨੇਡਾ ਤੋਂ ਕੱਢ ਦਿੱਤੇ ਗਏ ਆ, ਇਹ ਤਾਂ ਕਹਿੰਦੇ ਜੀ ਉਹਨਾਂ ਲਈ ਇਹ ਖਾਲਿਸਤਾਨੀ ਜਿਹੜਾ ਐਸੈਟਸ ਆ, ਇਹ ਖਾਲਿਸਤਾਨੀ ਐਲੀਮੈਂਟ ਆ, ਉਹਨਾਂ ਲਈ ਬੜੇ ਵੱਡੇ ਐਸੈਟਸ ਨੇ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ, ਕਿਉਂਕਿ ਕੇਵਲ ਤੇ ਕੇਵਲ ਆਪਣੀ ਗੱਲ ਕਹਿਣ ਦੇ ਨਾਲ, ਮੈਂ ਥੋੜਾ ਜਿਹਾ ਸੁਪਰੀਮ ਕੋਰਟ ਦਾ ਤੁਹਾਨੂੰ ਉਹ ਆਰਡਰ ਜ਼ਰੂਰ ਦੱਸ ਦਿੰਦਾ। ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ, ਤੁਹਾਨੂੰ ਯਾਦ ਆ ਅਸੈਸੀਨੇਸ਼ਨ ਹੋ ਗਈ ਸੀ 1984 ਦੇ ਵਿੱਚ 31 ਅਕਤੂਬਰ ਨੂੰ, ਔਰ ਉਸੇ ਦਿਨ ਚੰਡੀਗੜ੍ਹ ਦੇ ਵਿੱਚ ਨੀਲਮ ਸਿਨੇਮਾ, ਨੀਲਮ ਥੀਏਟਰ ਆ 17 ਸੈਕਟਰ ਦੇ ਵਿੱਚ ਆ, ਦੋ ਵਿਅਕਤੀ, ਇੱਕ ਸੀਗਾ ਬਲਵੰਤ ਸਿੰਘ ਤੇ ਦੂਸਰਾ ਸੀ ਭੁਪਿੰਦਰ ਸਿੰਘ। ਇਹਨਾਂ ਨੇ ਉੱਥੇ ਸ਼ਾਮ ਨੂੰ 5:45 ਤੇ ਯਾਨੀ ਕਿ 5:45 ਵਜੇ ਨਾਅਰੇ ਲਾਏ। ਨਾਅਰੇ ਇਹਨਾਂ ਨੇ ਇਹ ਲਾਏ ਕਿ ਖਾਲਿਸਤਾਨ ਜ਼ਿੰਦਾਬਾਦ, ਨਾਅਰੇ ਇਹਨਾਂ ਨੇ ਲਾਏ ਕਿ ਰਾਜ ਕਰੇਗਾ ਖਾਲਸਾ, ਇਸ ਤਰ੍ਹਾਂ ਦੇ ਇਹਨਾਂ ਨੇ ਨਾਅਰੇ ਲਾਏ। ਤੇ ਉੱਥੇ ਦੋ ਕਾਂਸਟੇਬਲ ਸੀ, ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੇ 124A ਜਿਹੜੀ ਕਿ ਇੰਡੀਅਨ ਪੀਨਲ ਕੋਡ ਦੀ ਧਾਰਾ ਸੈਡੀਸ਼ਨ ਸੀ, ਧਾਰਾ ਇਹ ਕਹਿੰਦੀ ਸੀ ਕਿ ਇਹ ਐਂਟੀ ਨੈਸ਼ਨਲ ਆ। ਔਰ ਇਹ ਧਾਰਾ ਕਿਹਨੇ ਬਣਾਈ ਸੀ? ਇਹ ਅੰਗਰੇਜ਼ਾਂ ਨੇ ਬਣਾਈ ਸੀ, ਬ੍ਰਿਟਿਸ਼ ਗਵਰਨਮੈਂਟ ਨੇ ਬਣਾਈ ਸੀ, ਤਾਂ ਕਿ ਮੁਲਕ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਵਿਰੋਧੀ ਆਵਾਜ਼ ਨਾ ਉੱਠ ਸਕੇ। ਤੁਸੀਂ ਦੇਖੋ ਇਹਨਾਂ ਤੇ ਇਹ ਵੀ ਧਾਰਾ ਲੱਗ ਗਈ ਸੀ। ਤੇ 153A ਇਹ ਵੀ ਇੰਡੀਅਨ ਪੀਨਲ ਕੋਡ ਦੀ ਆ, 153A ਜਿਸ ਵਿੱਚ ਦੋ ਭਾਈਚਾਰਿਆਂ ਦੇ ਵਿੱਚ ਜੇ ਕੋਈ ਵਿਅਕਤੀ ਜਾਂ ਕੋਈ ਗਰੁੱਪ ਉਹਨਾਂ ਦੇ ਵਿੱਚ ਨਫ਼ਰਤ ਫੈਲਾਉਂਦਾ, ਉਹਨਾਂ ਦੇ ਵਿੱਚ ਦੰਗਾ ਫਸਾਦ ਕਰਾਉਣ ਦੀ ਕੋਸ਼ਿਸ਼ ਕਰਦਾ, ਤਾਂ ਇਹ ਧਾਰਾ ਲੱਗਦੀ ਆ। ਚੱਲਦਾ ਰਿਹਾ ਕੇਸ। 1984 ਤੋਂ ਬਾਅਦ ਇਹਨਾਂ ਨੇ ਆਪਣੀ ਸਜ਼ਾ ਜਿਹੜੀ ਇਹਨਾਂ ਨੂੰ 1 ਸਾਲ ਦੀ ਮਿਲ ਗਈ ਸੀ, ਉਸ ਰਿਗਰਸ ਇੰਪ੍ਰਿਜ਼ਨਮੈਂਟ ਨੂੰ ਇਹਨਾਂ ਨੂੰ ਫਾਈਨ ਵੀ ਕੀਤਾ ਗਿਆ ਸੀ, ਉਹਨੂੰ ਚੈਲੰਜ ਕਰਤਾ। ਤੇ ਆਖਿਰਕਾਰ 1995 ਦੇ ਵਿੱਚ ਸੁਪਰੀਮ ਕੋਰਟ ਦੀ ਇਹ ਰੂਲਿੰਗ ਆਉਂਦੀ ਹੈ, ਇਹ ਆਰਡਰ ਆਉਂਦਾ ਜਸਟਿਸ AS ਆਨੰਦ ਤੇ ਜਸਟਿਸ ਫੈਜ਼ਾਨ ਉਦੀਨ, ਇਹ ਆਰਡਰ ਦਿੰਦੇ ਨੇ। ਤੇ ਇਹਨਾਂ ਦੋਨਾਂ ਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਬਲਵੰਤ ਸਿੰਘ ਨੂੰ ਤੇ ਭੁਪਿੰਦਰ ਸਿੰਘ ਨੂੰ, ਇਹ ਕਹਿੰਦੇ ਨੇ ਕਿ ਇਹ ਨਿਰਦੋਸ਼ ਨੇ, ਇਹਨਾਂ ਨੇ ਕੋਈ ਨਾਅਰੇ ਲਾ ਕੇ ਕੋਈ ਵੱਡੀ ਗਲਤੀ ਨਹੀਂ ਕੀਤੀ, ਨਾ ਹੀ ਇਹਨਾਂ ਨੇ ਕੋਈ ਇਸ ਮੁਲਕ ਦੇ ਖਿਲਾਫ ਕੋਈ ਐਂਟੀ ਨੈਸ਼ਨਲ ਕੰਮ ਕੀਤਾ ਜਾਂ ਇਸ ਮੁਲਕ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਗਦਾਰੀ ਕੀਤੀ ਹੈ। ਸਾਰਾ ਕੁਝ ਉਹਨਾਂ ਨੇ ਕਿਹਾ ਆਪਣੇ ਉਸ ਆਰਡਰ ਦੇ ਵਿੱਚ। ਔਰ ਇਹ ਗੱਲ ਤੁਸੀਂ ਇਹ ਦੇਖ ਲਓ ਕਿ ਸਿਮਰਨਜੀਤ ਸਿੰਘ ਮਾਨ ਹੋਣੀ ਪਹਿਲਾਂ MP ਵੀ ਰਹੇ ਆ, ਤੇ ਇਹਨਾਂ ਨੇ ਤਾਂ ਬੜੀ ਵਾਰੀ ਨਾਅਰੇ ਲਾਏ ਆ, ਕਈ ਇਹਨਾਂ ਤੇ ਕੇਸ ਹੋ ਗਏ ਆ, ਪਰ ਕਦੇ ਵੀ ਅੱਜ ਤੱਕ ਇਹਨਾਂ ਦੀ ਕਨਵਿਕਸ਼ਨ ਨਹੀਂ ਹੋਈ। ਬਹੁਤ ਸਾਰੇ ਇਸ ਤਰ੍ਹਾਂ ਦੇ ਨੇ। ਜਿੰਨੀ ਦੇਰ ਤੱਕ ਤੁਸੀਂ ਕਿਸੇ ਸਟੇਟ ਦੇ ਖਿਲਾਫ ਹਥਿਆਰ ਚੱਕ ਕੇ ਯੂ ਡੂ ਨਾਟ ਵੇਜ ਅ ਵਾਰ ਅਗੇਂਸਟ ਦੀ ਸਟੇਟ, ਉਨੀ ਦੇਰ ਤੱਕ ਤੁਸੀਂ ਦੋਸ਼ੀ ਨਹੀਂ ਹੋ, ਤੁਸੀਂ ਕਿਸੇ ਨੂੰ ਮਾਰਦੇ ਨਹੀਂ। ਆਪਣੇ ਉਸ ਮਕਸਦ ਨੂੰ ਪੂਰਾ ਕਰਨ ਲੱਗੇ ਨਾਅਰੇ ਲਾ ਲਓ, ਤੁਹਾਡੇ ਕੋਲ ਲਿਟਰੇਚਰ ਮਿਲ ਜੇ, ਕੋਈ ਕਿਤਾਬ ਮਿਲ ਜੇ। ਸੁਪਰੀਮ ਕੋਰਟ ਨੇ 1995 ਦੇ ਵਿੱਚ ਲਗਭਗ 39 ਸਾਲ ਪਹਿਲਾਂ ਇਹ ਬਿਲਕੁਲ ਸਪਸ਼ਟ ਕਰਤਾ ਸੀ। ਪਰ ਇਹੀ ਰਾਜ ਜਿਹੜੇ ਨੇ, ਇਹ ਸੂਬੇ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ। ਕੌਣ ਦੇਖਦਾ ਸੁਪਰੀਮ ਕੋਰਟ ਦੇ ਆਰਡਰ? ਉਹ ਬਾਅਦ ਦੇ ਵਿੱਚ ਜਦੋਂ ਕੇਸ ਹੁੰਦੇ ਆ ਫੇਰ ਪਤਾ ਲੱਗਦਾ। ਕਹਿਣ ਦਾ ਇਹਨਾਂ ਸਾਰੀਆਂ ਗੱਲਾਂ ਤੋਂ ਭਾਵ ਇਹ ਆ ਕਿ ਭਾਰਤ ਬਿਲਕੁਲ ਅਲੱਗ ਥਲੱਗ ਪੈ ਚੁੱਕਾ। G7 ਮੁਲਕ ਆ, ਉਹ ਸਾਰੇ ਇਸ ਟਾਈਮ ਕੈਨੇਡਾ ਦੇ ਨਾਲ ਖੜ ਗਏ ਨੇ। ਇਸੇ ਤਰ੍ਹਾਂ ਜਿਹੜੇ ਹੋਰ ਡਿਵੈਲਪ ਮੁਲਕ ਨੇ, ਸਾਊਥ ਏਸ਼ੀਆ ਦੇ ਵਿੱਚ ਸਾਡੇ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਸਾਡੀ ਬਣ ਨਹੀਂ ਰਹੀ। ਹਾਲਾਂਕਿ ਐਸ ਜੈਸ਼ੰਕਰ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਜ਼ਰੂਰ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਉਹ ਪਾਕਿਸਤਾਨ ਵੀ ਗਏ ਸੀ। ਇਸੇ ਤਰ੍ਹਾਂ ਉਹਨਾਂ ਨੇ ਇੱਕ ਦੌਰਾ ਜਿਹੜਾ ਸੀਗਾ ਉਹ ਮਾਲਦੀਵਸ ਦੇ, ਉੱਥੋਂ ਦੇ ਪ੍ਰੈਜ਼ੀਡੈਂਟ ਇੱਥੇ ਆਏ ਸੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਆ। ਸ਼੍ਰੀਲੰਕਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਸ਼੍ਰੀਲੰਕਾ ਦੇ ਨਾਲ ਕਿੰਨੀ ਕੁ ਗੱਲਬਾਤ ਅੱਗੇ ਵੱਧਦੀ ਆ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਬੰਗਲਾਦੇਸ਼ ਦੀ ਸ਼ੇਖ ਹਸੀਨਾ ਜਿਹੜੀ ਸਾਬਕਾ ਉੱਥੋਂ ਦੀ ਪ੍ਰਧਾਨ ਮੰਤਰੀ, ਉਹ ਸਾਡੇ ਇੱਥੇ ਬੈਠੀ ਆ। ਕਿਸੇ ਵਕਤ ਵੀ ਉਸ ਨੂੰ ਮੰਗਿਆ ਜਾ ਸਕਦਾ, ਸ਼ੇਖ ਹਸੀਨਾ ਨੂੰ, ਜਿਹੜੀ 16 ਸਾਲ ਉੱਥੋਂ ਦੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ ਹੈ, ਔਰ ਜਿਸ ਤੇ ਬੜੇ ਇਲਜ਼ਾਮ ਨੇ, ਸੀਰੀਅਸ ਇਲਜ਼ਾਮ ਨੇ, ਜਿਹਨੂੰ ਅਸੀਂ ਬੈਕਿੰਗ ਕਰਦੀ ਰਹੀ, ਸਾਡੀ ਸਰਕਾਰ ਹਮੇਸ਼ਾ ਉਹਦਾ ਸਮਰਥਨ ਕਰਦੀ ਰਹੀ। ਅੱਜ ਕੱਲ੍ਹ ਉੱਥੋਂ ਦੀ ਮੋਸਟ ਵਾਂਟਡ ਆ। ਤੇ ਜਿਹੜਾ ਵਿਕਾਸ ਯਾਦਵ ਆ, ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਇਹਨੂੰ ਫੜ ਲਿਆ,
ਅਮਰੀਕਾ ਨੇ, FBI ਨੇ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹਨੂੰ ਵਾਂਟਡ ਕਰਾਰ ਦਿੱਤਾ ਕਿ ਅਸੀਂ ਇਹਨੂੰ ਵਾਂਟਡ ਆ ਤੇ ਜਦੋਂ ਮਰਜ਼ੀ ਉਹ ਭਾਰਤ ਤੋਂ ਇਸ ਬਾਰੇ ਸੂਚਨਾਵਾਂ ਵੀ ਮੰਗ ਰਿਹਾ ਹੈ, ਜਾਣਕਾਰੀਆਂ ਵੀ ਮੰਗ ਰਿਹਾ ਤੇ ਭਾਰਤ ਅੱਗੋਂ ਸਫਾਈ ਦੇ ਰਿਹਾ ਕਿ ਅਸੀਂ ਤਾਂ ਇਹਨੂੰ ਗ੍ਰਿਫਤਾਰ ਕਰ ਲਿਆ ਜੀ। ਨਾਲੇ ਇਹ ਕਹਿ ਰਿਹਾ ਕਿ ਹੁਣ ਤਾਂ ਇਹ ਸਰਕਾਰੀ ਅਫਸਰ ਹੀ ਨਹੀਂ ਰਿਹਾ ਤੇ ਜਿਹੜੀ ਜਾਣਕਾਰੀ ਸਾਰਿਆਂ ਦੇ ਕੋਲ ਆ ਰਹੀ ਆ ਕਿ ਕਿਸੇ ਟਾਈਮ ਇਹ CRPF ਦੇ ਵਿੱਚ ਸੀ, ਇਹਦਾ ਪਰਿਵਾਰ ਇਹ ਕਹਿ ਰਿਹਾ ਕਿ ਸਾਨੂੰ ਤਾਂ ਇਹੀ ਪਤਾ ਕਿ ਇਹ ਤਾਂ CRPF ਦੇ ਵਿੱਚ ਸੀ। ਕੋਈ ਇਹਨੂੰ ਅਸਿਸਟੈਂਟ ਕਮਾਂਡੈਂਟ ਕਹਿ ਰਿਹਾ, ਕੋਈ ਡਿਪਟੀ ਕਮਾਂਡੈਂਟ ਕਹਿ ਰਿਹਾ, ਕੋਈ ਕਹਿ ਰਿਹਾ ਕਿ ਇਹ ਕੈਬਨਿਟ ਸੈਕਟਰੀ ਦੇ ਵਿੱਚ ਉੱਥੇ ਇੰਪਲੋਇਡ ਸੀ, ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ। ਵਿਕਾਸ ਯਾਦਵ ਦੀ ਮੈਂ ਗੱਲ ਕਰ ਰਿਹਾ। ਸੋ ਕਿਸੇ ਦਿਨ ਵੀ ਜਿਸ ਦਿਨ ਅਮਰੀਕਾ ਨੇ ਵਿਕਾਸ ਯਾਦਵ ਨੂੰ ਮੰਗ ਲਿਆ ਜਾਂ ਉਹਦੀ ਐਕਸਟ੍ਰੈਡੀਸ਼ਨ ਮੰਗ ਲਈ ਜਾਂ ਉਹਨੂੰ ਕਹਤਾ ਕਿ ਸਾਡੇ ਹਵਾਲੇ ਕਰ ਦਿਓ ਤੇ ਫਿਰ ਭਾਰਤ ਕੀ ਕਰੂਗਾ? ਕੀ ਭਾਰਤ ਕੋਲੇ ਹੋਰ ਆਪਸ਼ਨ ਹੋਣਗੇ? ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਕਿਤੇ ਨਾ ਕਿਤੇ ਮੈਨੂੰ ਲੱਗਦਾ ਭਾਰਤ ਨੇ ਇਹ ਸਿਰਫ ਤੇ ਸਿਰਫ ਇਹ ਗੱਲ ਕਹਿ ਕੇ ਕਿ ਨਹੀਂ ਅਸੀਂ ਤਾਂ ਮੰਨਦੇ ਨਹੀਂ, ਸਾਡੇ ਤਾਂ ਇਸ ਤਰ੍ਹਾਂ ਦਾ ਕੁਝ ਹੁੰਦਾ ਨਹੀਂ। ਹੁਣ ਤੁਸੀਂ ਦੇਖੋ ਜਿਹੜੀ ਅਮਰੀਕਾ ਟੀਮ ਗਈ ਸੀ ਉੱਥੇ ਜਾ ਕੇ ਕਹਿ ਕੀ ਰਹੀ ਆ? ਕਹਿੰਦੇ ਜੀ ਉਹ ਕੋਈ ਰੋਗ ਐਲੀਮੈਂਟਸ ਹੋਣਗੇ, ਯਾਨੀ ਕਿ ਕੋਈ ਬਦਮਾਸ਼ ਹੋਣਗੇ, ਕੋਈ ਕ੍ਰਿਮੀਨਲਸ ਹੋਣਗੇ, ਅਸੀਂ ਨਹੀਂ ਇਸ ਤਰ੍ਹਾਂ ਕਰਦੇ। ਤੇ ਜੇ ਇਸ ਤਰ੍ਹਾਂ ਗੱਲਾਂ ਹੋਈਆਂ ਤੇ ਜਿਹੜੇ ਉਹ ਰੋਗ ਐਲੀਮੈਂਟਸ ਕਰ ਰਹੇ ਇਸ ਤਰ੍ਹਾਂ, ਜਿਸ ਤਰ੍ਹਾਂ ਉਹ ਕਈ ਤਰ੍ਹਾਂ ਦੇ ਨਾਮ ਲੈ ਰਹੇ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਵੀ ਨਾਮ ਆ, ਤੇ ਕੀ ਫਿਰ ਉਹ ਭਾਰਤ ਦੇ ਕੰਟਰੋਲ ਦੇ ਵਿੱਚ ਨਹੀਂ ਆ ਜਾਂ ਭਾਰਤ ਦੀਆਂ ਜਿਹੜੀਆਂ ਖੂਫੀਆ ਏਜੰਸੀਜ਼ ਨੇ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਆ? ਇਹ ਸਾਰਾ ਕੁਝ ਨਿਖਿਲ ਗੁਪਤਾ ਉਹਨਾਂ ਨੇ ਪ੍ਰਾਗ ਤੋਂ ਫੜ ਲਿਆ, ਯਾਨੀ ਕਿ ਚੈੱਕ ਰਿਪਬਲਿਕ ਤੋਂ ਫੜ ਲਿਆ, ਉਹਨੂੰ ਵਾਪਸ ਉੱਥੇ ਲੈ ਗਏ, ਅਮਰੀਕਾ ਲੈ ਗਏ ਤੇ ਅਮਰੀਕਾ ਦੇ ਵਿੱਚ ਜਾ ਕੇ ਹਜੇ ਤੱਕ ਉਸ ਤੋਂ ਪੁੱਛਗਿੱਛ ਨਹੀਂ ਕੀਤੀ ਹੋਊਗੀ। ਤੇ ਜਿਸ ਦਿਨ ਵਿਕਾਸ ਯਾਦਵ ਉਹਨਾਂ ਦੇ ਹੱਥੇ ਚੜ ਗਿਆ ਤੇ ਕੀ ਅਮਰੀਕਾ ਘੱਟ ਕਰੂਗਾ ਜਾਂ ਪੁੱਛਗਿੱਛ ਨਹੀਂ ਕਰੂਗਾ? ਕਿਤੇ ਨਾ ਕਿਤੇ ਸਾਰੀਆਂ ਗੱਲਾਂ ਦੇ ਵਿੱਚ ਐਕਸਪੋਜ਼ ਇੰਡੀਆ ਜ਼ਰੂਰ ਹੋਇਆ। ਔਰ ਇਹਨਾਂ ਦੇ ਵਿੱਚ ਮੈਂ ਇਹ ਕਹੂੰਗਾ ਕਿਤੇ ਨਾ ਕਿਤੇ ਇਹਨਾਂ ਏਜੰਸੀਆਂ ਦੀਆਂ, ਇਹਨਾਂ ਜਿਹੜੀਆਂ ਖੂਫੀਆ ਏਜੰਸੀਜ਼ ਨੇ, ਇਹਨਾਂ ਦਾ ਜਿਹੜਾ ਅਨਪ੍ਰੋਫੈਸ਼ਨਲਿਜ਼ਮ ਜਾਂ ਨਾਨ ਪ੍ਰੋਫੈਸ਼ਨਲਿਜ਼ਮ, ਬਿਲਕੁਲ ਜਿਹੜਾ ਪੇਸ਼ੇਵਰ ਨਜ਼ਰੀਆ ਨਹੀਂ ਹੁੰਦਾ, ਉਹ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਝਲਕਦਾ। ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਬੰਧ ਸਾਰੇ ਮੁਲਕਾਂ ਦੇ ਨਾਲ ਸੁਧਰਦੇ ਆ ਜਾਂ ਫਿਰ ਕਿਤੇ ਹੋਰ ਖਰਾਬ ਹੋਣ ਦੀ ਕਗਾਰ ਤੇ ਪਹੁੰਚ ਜਾਂਦੇ ਨੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।